पुकार टीवी के आदरयोग दर्शकों, असीं किसानी अंदोलन की ताज़ा स्थिति ते समीक्षा करने जा रहे हैं। सारी जानकारी साझी करने जा रहे हैं। आदरयोग दर्शकों, मोदी सरकार ने 5 जून 2020 ਨੂੰ ਖੇਤੀਬਾੜੀ ਖੇਤਰ ਕਾਰਪੋਰੇਟ ਖਿਡਾਰੀਆਂ ਦੇ ਹੱਥ ਦੇਣ ਲਈ ਤੇ 3 ਖੇਤੀ ਕਾਨੂੰਨ ਜਿਹੜੇ ਆਰਡੀਨੈਂਸ ਜਿਹੜੇ ਸੀ ਉਹ ਘੋਸ਼ਣਾ ਕੀਤੀ ਤੇ ਉਸ ਦਿਨ ਤੋਂ ਮੋਦੀ ਸਰਕਾਰ ਨੇ ਕਿਸੇ ਤਰ੍ਹਾਂ ਦਾ ਵੀ ਅੰਦਾਜ਼ਾ ਨਹੀਂ ਲਾਇਆ ਸੀ, ਸੰਭਾਵਨਾ ਨਹੀਂ ਲਗਾਈ ਸੀ, ਇਹ ਹਿਸਾਬ ਕਿਤਾਬ ਨਹੀਂ ਸੀ ਕਿ ਇਹ ਕਿਸਾਨੀ ਅੰਦੋਲਨ ਇੰਨੇ ਵੱਡੇ ਵਿਆਪਕ ਪੱਧਰ ਦੇ ਉੱਤੇ ਫੈਲ ਜਾਏਗਾ। 19 ਅਗਸਤ ਨੂੰ 31 ਯੂਨੀਅਨਾਂ ਨੇ ਖੇਤੀ ਬਿੱਲਾਂ ਦਾ ਵਿਰੋਧ ਕਰਨ ਲਈ ਸਾਂਝਾ ਪਲੇਟਫਾਰਮ ਬਣਾ ਲਿਆ। ਹਾਲਾਂਕਿ 2 ਵੱਡੀਆਂ ਸੰਸਥਾਵਾਂ BKU ਉਗਰਾਹਾਂ ਤੇ ਉਸ ਦੇ ਨਾਲ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ, ਉਹ ਸੰਸਥਾਵਾਂ ਜਿਹੜੀਆਂ ਅਜੇ ਬਾਹਰ ਰਹਿ ਕੇ ਇਹਨਾਂ ਨੂੰ ਸਾਥ ਦੇ ਰਹੀਆਂ ਸਨ। ਉਸ ਤੋਂ ਬਾਅਦ ਜਿਹੜਾ ਹੈਗਾ ਦਿੱਲੀ ਦੇ ਵਿੱਚ ਗੁਰਦੁਆਰਾ ਰਕਾਬਗੰਜ ਦੇ ਵਿੱਚ 27 ਅਕਤੂਬਰ 2020 ਨੂੰ ਵੱਡੀ ਕਾਨਫਰੰਸ ਹੁੰਦੀ ਹੈ, ਜਿੱਥੇ 26 ਨਵੰਬਰ ਨੂੰ ਦਿੱਲੀ ਚਲੋ ਮੁਹਿੰਮ ਦਾ ਫੈਸਲਾ ਹੁੰਦਾ ਹੈ ਤੇ 500 ਤੋਂ ਵੱਧ ਜਥੇਬੰਦੀਆਂ ਦਾ ਇੱਕ ਸਾਂਝਾ ਕਿਸਾਨ ਮੋਰਚਾ ਕਾਇਮ ਹੋ ਜਾਂਦਾ ਹੈ। ਤੇ ਉਹ ਮੋਰਚਾ ਜਿਹੜਾ ਅੱਜ ਕਿਸ ਸਿਖਰ ਤੇ ਆ, ਉਸ ਤੋਂ ਕੋਈ ਵੀ ਅਣਛੋਇਆ ਨਹੀਂ ਹੈ। ਉਸ ਸੰਯੁਕਤ ਕਿਸਾਨ ਮੋਰਚੇ ਦੇ ਆਗੂ ਅਤੇ ਜਿਹੜੀਆਂ ਪੰਜਾਬ ਦੀਆਂ ਜਥੇਬੰਦੀਆਂ ਨੇ 32 ਜਥੇਬੰਦੀਆਂ, ਉਹਨਾਂ ਦੇ ਮੈਂਬਰ, ਦੁਆਬਾ ਕਿਸਾਨ ਕਮੇਟੀ ਦੇ ਸੂਬਾ ਪ੍ਰਧਾਨ ਸਰਦਾਰ ਜੰਗਵੀਰ ਸਿੰਘ ਚੌਹਾਨ, ਜਿਨ੍ਹਾਂ ਨੂੰ ਅਸੀਂ ਸਾਰੀਆਂ ਬੈਠਕਾਂ ਦੇ ਵਿੱਚ ਬੈਠਿਆਂ ਦੇਖਦੇ ਹਾਂ, ਸਾਰੇ ਫੈਸਲਿਆਂ ਦੇ ਵਿੱਚ ਬੈਠੇ ਦੇਖਦੇ ਹਾਂ, ਉਹ ਸਾਡੇ ਨਾਲ ਜੁੜ ਰਹੇ ਨੇ। ਸਰਦਾਰ ਜੰਗਵੀਰ ਸਿੰਘ ਚੌਹਾਨ ਜੀ, ਪੁਕਾਰ ਟੀਵੀ ਦੀ ਸਮੁੱਚੀ ਟੀਮ ਵੱਲੋਂ ਤੁਹਾਡਾ ਸਵਾਗਤ, ਤੁਹਾਨੂੰ ਜੀ ਆਇਆਂ ਜੀ। ਮਿਹਰਬਾਨੀ ਜੀ, ਮਿਹਰਬਾਨੀ। ਪੁਕਾਰ ਟੀਵੀ ਦਾ ਬਹੁਤ ਬਹੁਤ ਧੰਨਵਾਦ। ਇਹ ਇੱਕ ਸਾਡਾ ਚੌਥਾ ਥੰਮ ਹੈ ਮੀਡੀਆ, ਜਿਹੜਾ ਕਿ ਸਾਡੀਆਂ ਜਿਹੜੀਆਂ ਖਬਰਾਂ ਹੈ ਕਿਸਾਨੀ ਅੰਦੋਲਨ ਦੀਆਂ ਦੇਸ਼ ਵਿਦੇਸ਼ ਪੂਰੀ ਦੁਨੀਆ ਤੱਕ ਪਹੁੰਚਾਉਂਦਾ। ਬਹੁਤ ਬਹੁਤ ਧੰਨਵਾਦ ਸਾਡੇ ਸਾਰੇ ਮੀਡੀਆ ਵਾਲੇ ਵੀਰਾਂ ਦਾ, ਪੁਕਾਰ ਟੀਵੀ ਦਾ ਤੇ ਸਰਦਾਰ ਰਸ਼ਪਾਲ ਸਿੰਘ ਜੀ, ਤੁਹਾਡਾ ਬਹੁਤ ਬਹੁਤ ਧੰਨਵਾਦ। ਚੌਥੇ ਥੰਮ ਨੂੰ ਥੰਮਣ ਲਈ ਬੜੀਆਂ ਕੋਸ਼ਿਸ਼ਾਂ ਹੋ ਰਹੀਆਂ ਨੇ। ਅੱਜ ਹਰਿਆਣੇ ਦੀ ਧਰਤੀ ਤੇ ਇੰਟਰਨੈਟ ਬੰਦ ਹੈ, ਕਾਲਸ ਬੰਦ ਨੇ, ਬੜਾ ਕੁਝ ਥੰਮਣ ਲਈ ਯਤਨ ਕੀਤਾ ਜਾ ਰਿਹਾ ਹੈ, ਪਰ ਮੋਰਚਾ ਜਿਹੜਾ ਉਹ ਆਪਣੇ ਪੂਰੇ ਜ਼ੋਬਨ ਤੇ ਹੈ। ਸਰਦਾਰ ਜੰਗਵੀਰ ਸਿੰਘ ਚੌਹਾਨ ਜੀ, ਆਪਾਂ 2 ਪ੍ਰਸ਼ਨ ਪਹਿਲਾਂ ਤੁਹਾਡੇ ਨਾਲ ਸਾਂਝੇ ਕਰਾਂਗੇ। ਇੱਕ ਤਾਂ ਇਹ ਕਿ ਜਦੋਂ ਕਰਨਾਲ ਵਿਖੇ ਕਿਸਾਨ ਆਗੂਆਂ ਦੀ ਪ੍ਰਸ਼ਾਸਨ ਨਾਲ ਮੀਟਿੰਗ ਹੁੰਦੀ ਹੈ, 2.5 ਘੰਟੇ 3 ਘੰਟੇ ਮੀਟਿੰਗ ਚੱਲਦੀ ਹੈ, ਉਹ ਮੀਟਿੰਗ ਕਿੰਨੀ ਕੁ ਖੁਸ਼ਗਵਾਰ ਰਹਿੰਦੀ ਹੈ ਤੇ ਕਿੱਥੇ ਕੁ ਜਾ ਕੇ ਪੇਚ ਫਸਿਆ ਰਹਿੰਦਾ ਹੈ। ਤੇ ਅੱਜ ਤੀਸਰਾ ਦਿਨ ਹੋ ਗਿਆ ਤੇ ਕਿਸਾਨਾਂ ਨੇ ਹੁਣ ਮਿੰਨੀ ਸਕੱਤਰੇਤ ਘੇਰਿਆ ਤੇ ਉਹ ਆਕਾਸ਼ ਦੀ ਛਾਵੇਂ ਤੇ ਸੜਕਾਂ ਦੇ ਉੱਪਰ ਬੈਠੇ ਹੋਏ ਨੇ। ਥੋੜੀ ਜਿਹੀ ਇਹਦੀ ਆਪਾਂ ਜਾਣਕਾਰੀ ਲਵਾਂਗੇ। ਦੂਸਰੀ ਜਾਣਕਾਰੀ ਲਵਾਂਗੇ ਕਿ ਇਸ ਕਿਸਾਨ ਮੋਰਚੇ ਨੇ ਜਿਹੜੀ ਲਗਾਮ ਪਾ ਲਈ ਹੋਈ ਸਿਆਸੀ ਪਾਰਟੀਆਂ ਨੂੰ ਅੱਜ ਤੁਣਕਾ ਖਿੱਚਦੀਆਂ ਨੇ ਤੇ ਉਸ ਪਾਸੇ ਨੂੰ ਫਿਰ ਇਹਨਾਂ ਦੀ ਜਿਹੜੀ ਧੌਣ ਖਿੱਚੀ ਜਾਂਦੀ ਹੈ। ਉਹਦੀ ਗੱਲ ਕਰਾਂਗੇ ਕਿ 10 ਸਤੰਬਰ ਨੂੰ ਤੁਸੀਂ ਸੱਦਿਆ ਜਿਹੜਾ ਜਥੇਬੰਦੀਆਂ ਨੂੰ, ਉਹਦੇ ਕਾਰਵਾਈ ਬਾਰੇ ਸਮਝਾਂਗੇ। ਪਹਿਲਾਂ ਕਰਨਾਲ ਵਾਲੀ ਗੱਲ ਕਰ ਲਈਏ ਜੀ। ਇਸ ਤਰ੍ਹਾਂ ਜੀ ਕਿ ਕਰਨਾਲ ਵਾਲੀ ਘਟਨਾ ਦਾ ਤੁਹਾਨੂੰ ਤਕਰੀਬਨ ਮੀਡੀਆ ਦੇ ਜਰੀਏ ਤਕਰੀਬਨ ਸਭ ਕੁਝ ਪਤਾ ਲੱਗਦਾ ਹੀ ਆ, ਪਰ ਜੋ ਅਸੀਂ ਸੰਘਰਸ਼ ਆਪਣੇ ਸਮਝ ਲਓ ਪਿੰਡੇ ਤੇ ਹੰਡਾਇਆ ਆ, ਆਪਣੇ ਅੱਖੀਂ ਵੇਖਿਆ, ਉਹਦੇ ਵਿੱਚ ਰਹਿ ਕੇ ਅਸੀਂ ਲੜਿਆ ਆ, ਉਹ ਸਾਨੂੰ ਖੁਦ ਪਤਾ ਆ ਕਿ ਸਮੇਂ-ਸਮੇਂ ਤੇ ਕੀ ਕੁਝ ਹੋਇਆ। ਦੇਖੋ, ਸ਼ਾਂਤਮਈ ਪ੍ਰੋਟੈਸਟ ਕਰਨਾ ਹਰੇਕ ਅੰਦੋਲਨਕਾਰੀ ਦਾ ਹੱਕ ਹੈ ਜੀ। ਬੀਜੇਪੀ ਦਾ ਅਸੀਂ ਪੂਰੇ ਦੇਸ਼ ਦੇ ਵਿੱਚ ਵਿਰੋਧ ਕਰ ਰਹੇ ਹਾਂ ਔਰ ਕਰਦੇ ਰਵਾਂਗੇ। ਔਰ ਅਸੀਂ ਤਾਂ ਆਪਣੇ ਕਿਸਾਨਾਂ ਨੂੰ ਇਹ ਵੀ ਕਿਹਾ ਹੋਇਆ ਕਿ ਸ਼ਾਂਤਮਈ ਪ੍ਰੋਟੈਸਟ ਕਰਨਾ, ਇਹਨਾਂ ਨੂੰ ਕਾਲੀਆਂ ਝੰਡੀਆਂ ਦਿਖਾ ਕੇ ਇਹਨਾਂ ਦਾ ਵਿਰੋਧ ਕਰਨਾ ਔਰ ਹੋ ਵੀ ਉਸੇ ਤਰ੍ਹਾਂ ਰਿਹਾ ਸੀ। ਹਰਿਆਣੇ ਦੇ ਦੇਖੋ ਖੜੌਂਦਾ ਟੋਲ ਪਲਾਜ਼ੇ ਦੇ ਉੱਪਰ ਸ਼ਾਂਤਮਈ ਢੰਗ ਦੇ ਨਾਲ ਸਾਡੇ ਕਿਸਾਨ ਵੀਰ ਬੈਠੇ ਹੋਏ ਸੀ। ਉਸ ਵੇਲੇ CM ਖੱਟੜ ਨੇ ਉੱਥੋਂ ਦੀ ਲੰਘਣਾ ਸੀਗਾ ਤੇ ਬੈਠ ਕੇ ਬਿਲਕੁਲ ਇੰਤਜ਼ਾਰ ਕਰ ਰਹੇ ਸੀ, ਕਾਲੇ ਝੰਡੇ ਫੜੇ ਹੋਏ ਸੀ। ਪਰ ਉਸ ਵੇਲੇ ਪ੍ਰਸ਼ਾਸਨ ਵੱਲੋਂ ਤੇ ਪੁਲਿਸ ਅਧਿਕਾਰੀਆਂ ਵੱਲੋਂ ਉਹਨਾਂ ਤੇ ਲਾਠੀ ਚਾਰਜ ਕੀਤਾ ਗਿਆ, ਉਹਨਾਂ ਦੇ ਸਿਰ ਵੀ ਪਾੜੇ, ਲੱਤਾਂ ਬਾਹਾਂ ਵੀ ਤੋੜੀਆਂ, ਇੱਕ ਸਾਡੇ ਨੌਜਵਾਨ ਦੇ ਨੱਕ ਦੀ ਹੱਡੀ ਵੀ ਟੁੱਟ ਗਈ ਉੱਥੇ ਤੇ ਕਾਫੀ ਜਿਹੜੇ ਕਿਸਾਨ ਆ ਉਹਨਾਂ ਦੇ ਸੱਟਾਂ ਵੀ ਲੱਗੀਆਂ। ਪਰ ਉਹ ਜਦੋਂ ਘਟਨਾ ਵਾਪਰਦੀ ਹੈ ਤੇ ਉਸ ਤੋਂ ਬਾਅਦ ਜਦੋਂ ਇੱਕ ਵੀਡੀਓ ਸਾਹਮਣੇ ਆਉਂਦੀ ਹੈ ਕਿ
IAS ਅਫਸਰ SDM ਜੋ ਉਹਨਾਂ ਨੂੰ ਇੱਕ ਤਾਨਾਸ਼ਾਹ ਇੱਕ ਆਰਡਰ ਜਾਰੀ ਕਰ ਰਿਹਾ ਸੀ, ਉਸ ਤੋਂ ਪਤਾ ਲੱਗਿਆ ਕਿ ਇਹ ਜਿਹੜਾ ਆ ਖੱਟੜ ਸਰਕਾਰ ਦੇ ਮਿਲੀ ਭੁਗਤ ਦੇ ਨਾਲ SDM ਨੇ ਉਹਨਾਂ ਦੇ ਇਸ਼ਾਰੇ ਤੇ ਜਿਹੜੇ ਪੁਲਿਸ ਅਧਿਕਾਰੀ ਸੀ ਉਹਨਾਂ ਨੂੰ ਆਦੇਸ਼ ਦਿੱਤਾ ਸੀ ਜੀ ਜੀ ਕਿ ਤੁਸੀਂ ਅੰਦੋਲਨਕਾਰੀਆਂ ਦੇ ਸਿਰ ਵੀ ਫੋੜੋ, ਲੱਠ ਚਲਾਓ, ਲੱਤਾਂ ਤੋੜੋ, ਜੋ ਮਰਜ਼ੀ ਕਰੋ, ਤੁਹਾਨੂੰ ਖੁੱਲੀ ਛੁੱਟੀ ਹੈ। ਤੇ ਉਹ ਵੀਡੀਓ ਵੀ ਸਾਹਮਣੇ ਆਈ ਤੇ ਹੋਇਆ ਵੀ ਐਸੇ ਤਰ੍ਹਾਂ ਆ। ਨਾਲ ਦੀ ਨਾਲ ਇੱਕ SHO ਜੋ ਸਰਦਾਰ ਪਗੜੀਧਾਰੀ ਸੀ, ਉਹਨੇ ਵੀ ਇਹਨਾਂ ਦੀ ਬਹੁਤ ਸਪੋਰਟ ਕੀਤੀ, ਪਰ ਕਿਤੇ ਨਾ ਕਿਤੇ ਸਾਨੂੰ ਸ਼ਰਮ ਮਹਿਸੂਸ ਹੁੰਦੀ ਹੈ ਕਿ ਸਾਡੇ ਆਪਣੇ ਹੀ ਸਿੱਖ ਭਾਈਚਾਰੇ ਦੇ ਲੋਕ ਜਿਹੜੇ ਅੱਜ ਵੀ ਇਹਨਾਂ ਘਟੀਆਂ ਲੋਕਾਂ ਦੇ ਨਾਲ ਇਹਨਾਂ ਦੇ ਚੁੰਗਲ ਦੇ ਵਿੱਚ ਫਸ ਕੇ ਚਾਹੇ ਉਹ ਨੌਕਰੀ ਕਰ ਰਹੇ ਆ, ਪਰ ਕਿਤੇ ਨਾ ਕਿਤੇ ਮੈਂ ਕਹਿੰਦਾ ਉਹਨਾਂ ਦੀ ਜ਼ਮੀਰ ਵੀ ਮਰੀ ਹੋਈ ਹੈ। ਉਹਨਾਂ ਨੂੰ ਇਸ ਤਰ੍ਹਾਂ ਨਹੀਂ ਸੀ ਕਰਨਾ ਚਾਹੀਦਾ ਜਿਸ ਤਰ੍ਹਾਂ ਉਹਨਾਂ ਨੇ ਲਾਠੀਆਂ ਤੇ ਡੰਡਿਆਂ ਦੇ ਨਾਲ ਕੁੱਟਿਆ, ਬੇਤਹਾਸ਼ਾ ਕੁੱਟਮਾਰ ਕੀਤੀ। ਔਰ ਉੱਥੇ ਤਾਂ ਜਿਹੜੀ ਘਟਨਾ ਵਾਪਰ ਗਈ ਸੀਗੀ, ਪਰ ਅਸੀਂ ਪ੍ਰਸ਼ਾਸਨ ਤੋਂ ਇਹ ਮੰਗ ਕੀਤੀ ਸੀ, ਸਮੂਹ ਜਥੇਬੰਦੀਆਂ ਨੇ, ਕਿ ਜਿਹੜਾ ਦੋਸ਼ੀ ਅਧਿਕਾਰੀ ਆ, ਜਿਸ ਤਰ੍ਹਾਂ SDM SHO ਆ ਜਾਂ ਹੋਰ ਵੀ ਦੋਸ਼ੀ ਜਿਨ੍ਹਾਂ ਨੇ ਲਾਠੀ ਚਾਰਜ ਕੀਤਾ, ਉਸ ਲਾਠੀ ਚਾਰਜ ਦੇ ਦੌਰਾਨ ਸਾਡੇ ਇੱਕ ਕਿਸਾਨ ਦੀ ਮੌਤ ਹੋ ਜਾਂਦੀ ਹੈ, ਉਹ ਸਾਡਾ ਕਿਸਾਨ ਸ਼ਹੀਦ ਹੋ ਜਾਂਦਾ। ਔਰ ਅਸੀਂ ਉਹਨਾਂ ਤੋਂ ਇਹ ਮੰਗ ਕੀਤੀ ਹੈ ਕਿ ਜਿਹੜਾ ਸ਼ਹੀਦ ਸਾਡਾ ਕਿਸਾਨ ਹੈ ਉਹਨੂੰ 25 ਲੱਖ ਰੁਪਏ ਦਾ ਮੁਆਵਜ਼ਾ ਦਿੱਤਾ ਜਾਵੇ, ਉਹਦੇ ਪਰਿਵਾਰ ਨੂੰ ਨੌਕਰੀ ਦਿੱਤੀ ਜਾਵੇ। ਨਾਲ ਦੀ ਨਾਲ ਜਿੰਨੇ ਦੋਸ਼ੀ ਅਧਿਕਾਰੀ ਹੈ ਉਹਨਾਂ ਦੇ ਉੱਪਰ 302 ਦਾ ਮੁਕੱਦਮਾ ਦਰਜ ਕੀਤਾ ਜਾਵੇ। ਸਾਡੀ ਇਹ ਮੰਗ ਸੀ, ਔਰ ਇਹ ਮੰਗ ਅਸੀਂ ਜਿਹੜੀ ਹੈ DC ਸਾਹਿਬ ਦੇ ਕੋਲ ਰੱਖੀ ਸੀ, SSP ਸਾਹਿਬ ਦੇ ਕੋਲ ਰੱਖੀ ਸੀ, ਔਰ ਉਹਨਾਂ ਨਾਲ ਮੀਟਿੰਗ ਵੀ ਹੋਈ ਸੀ। ਸਾਡੇ ਹਰਿਆਣੇ ਵਾਲੇ ਜੋ ਸਾਡੇ ਕਿਸਾਨ ਆਗੂ ਆ, ਉਹਨਾਂ ਨੇ ਮੀਟਿੰਗ ਵੀ ਕੀਤੀ ਸੀ, ਔਰ 7 ਸਤੰਬਰ ਤੱਕ ਦਾ ਟਾਈਮ ਉਹਨਾਂ ਨੇ ਮੰਗਿਆ ਸੀ। ਜੀ ਔਰ ਸਾਨੂੰ ਆਸ ਸੀ ਕਿ ਇਹ ਜਿਹੜੀ ਕਾਰਵਾਈ ਆ ਇਹਨਾਂ ਦੋਸ਼ੀਆਂ ਦੇ ਉੱਪਰ ਕਰ ਦੇਣਗੇ। ਉੱਥੇ ਇੱਕ ਹੋਰ ਹੋਇਆ, ਸਾਡੇ ਨਜਾਇਜ਼ ਕਿਸਾਨਾਂ ਦੇ ਉੱਪਰ ਪਰਚੇ ਦਰਜ ਕਰ ਦਿੱਤੇ ਗਏ। ਉਹਨਾਂ ਦਾ ਦੋਸ਼ ਵੀ ਕੋਈ ਨਹੀਂ ਸੀ, ਧੱਕੇਸ਼ਾਹੀ ਵੀ ਸਰਕਾਰ ਨੇ ਕੀਤੀ, ਡਿਕਟੇਟਰਸ਼ਿਪ ਰਵੱਈਆ ਜੋ ਅਪਣਾ ਕੇ ਅੱਜ ਇਹਨਾਂ ਨੇ ਸਾਬਤ ਕਰ ਦਿੱਤਾ ਕਿ ਇਹ ਕਿਸਾਨ ਵਿਰੋਧੀ ਆ। ਉੱਥੇ ਸਾਡੇ ਕਿਸਾਨਾਂ ਤੇ ਪਰਚੇ ਜਿਹੜੇ ਆ ਦਰਜ ਕੀਤੇ। ਅਸੀਂ ਤਾਂ ਇਹ ਮੰਗ ਕਰ ਰਹੇ ਹਾਂ ਕਿ ਸਾਡੇ ਕਿਸਾਨਾਂ ਦੇ ਉੱਪਰ ਜਿਹੜੇ ਨਜਾਇਜ਼ ਪਰਚੇ ਤੁਸੀਂ ਦਰਜ ਕੀਤੇ ਉਹ ਰੱਦ ਕਰੋ, ਦੋਸ਼ੀਆਂ ਤੇ ਪਰਚੇ ਜਿਹੜੇ ਆ ਉਹ ਦਰਜ ਕਰੋ, ਤੇ ਜਿਹੜੀ ਇਹਨਾਂ ਨੂੰ ਸਾਡੇ ਕਿਸਾਨ ਵੀਰ ਜਿਹੜਾ ਸ਼ਹੀਦ ਹੋਇਆ ਆ ਉਹਨੂੰ ਜਿਹੜਾ ਮੁਆਵਜ਼ਾ ਦਿੱਤਾ ਜਾਵੇ ਤੇ ਇੱਕ ਸਰਕਾਰੀ ਨੌਕਰੀ ਦਿੱਤੀ ਜਾਵੇ। ਪਰ ਅਫਸੋਸ ਉਸ ਵੇਲੇ ਪਤਾ ਲੱਗਦਾ ਹੈ ਕਿ ਜਦੋਂ ਸਾਡੇ DC ਸਾਹਿਬ ਨੇ ਕਹਿ ਦਿੱਤਾ ਕਿ ਅਸੀਂ ਇਹ ਕੁਝ ਨਹੀਂ ਕਰ ਸਕਦੇ, ਪਰ ਉਸ ਵੇਲੇ ਅਸੀਂ ਸੰਯੁਕਤ ਕਿਸਾਨ ਮੋਰਚੇ ਨੇ ਸਾਰਿਆਂ ਨੇ ਸਲਾਹ ਕੀਤੀ ਕਿ ਇਸ ਤਰ੍ਹਾਂ ਅਸੀਂ ਸਰਕਾਰ ਦੀ ਧੱਕੇਸ਼ਾਹੀ ਜਿਹੜੀ ਆ ਬਰਦਾਸ਼ਤ ਨਹੀਂ ਕਰਾਂਗੇ। ਅਸੀਂ ਬਿਲਕੁਲ ਸ਼ਾਂਤਮਈ ਪ੍ਰੋਟੈਸਟ ਕਰ ਰਹੇ ਸੀ, ਔਰ ਉਸ ਵੇਲੇ ਸਲਾਹ ਕੀਤੀ ਕਿ ਅਸੀਂ ਜਿਹੜਾ ਆ ਇੱਕ ਮੰਡੀ ਦੇ ਵਿੱਚ, ਕਰਨਾਲ ਮੰਡੀ ਦੇ ਵਿੱਚ ਬੈਠ ਕੇ ਸ਼ਾਂਤਮਈ ਉੱਥੇ ਧਰਨਾ ਲਾਵਾਂਗੇ ਤੇ ਅਸੀਂ DC ਦਫ਼ਤਰ ਦਾ ਜਿਹੜਾ ਘਿਰਾਓ ਕਰਾਂਗੇ। ਉਸ ਤੋਂ ਪਹਿਲਾਂ ਸਰਕਾਰ ਵੱਲੋਂ ਬੈਰੀਗੇਟਿੰਗ ਕਰ ਦਿੱਤੀ ਗਈ, ਉੱਥੇ ਕਿ ਨੈਟ ਦੀਆਂ ਸੇਵਾਵਾਂ ਬੰਦ ਕਰ ਦਿੱਤੀਆਂ ਗਈਆਂ, SMS ਬੰਦ ਕਰ ਦਿੱਤਾ ਗਿਆ। ਪਰ ਉਸ ਕਰਨਾਲ ਮੰਡੀ ਦੇ ਵਿੱਚ ਲੱਖਾਂ ਦੀ ਗਿਣਤੀ ਦੇ ਵਿੱਚ ਕਿਸਾਨ ਜਿਹੜੇ ਉੱਥੇ ਪਹੁੰਚ ਗਏ, ਅਣਗਿਣਤ ਲੋਕ, ਜਿਸ ਤਰ੍ਹਾਂ ਮੁਜ਼ੱਫਰਨਗਰ ਦੀ ਰੈਲੀ ਹੋਈ ਸੀ ਉਸੇ ਤਰ੍ਹਾਂ ਜਿਹੜੇ ਕਿਸਾਨ ਵੀਰ ਸਾਡੇ ਉੱਥੇ ਪਹੁੰਚੇ, ਕਿਉਂਕਿ ਉਹਨਾਂ ਦੇ ਮਨ ਦੇ ਅੰਦਰ ਦਰਦ ਹੈ ਕਿ 600 ਤੋਂ ਵੱਧ ਸਾਡੇ ਕਿਸਾਨ ਸ਼ਹੀਦ ਹੋ ਗਏ। ਔਰ ਨਾਲ ਦੀ ਨਾਲ ਜਿਹੜੀ ਇਹ ਸਰਕਾਰ ਆ, ਇਹਨਾਂ ਬਿੱਲਾਂ ਨੂੰ ਇਹਨਾਂ ਨੇ ਰੱਦ ਤਾਂ ਕੀ ਕਰਨਾ, ਉੱਤੋਂ ਇਹ ਲਾਠੀ ਚਲਾ ਰਹੀ ਆ, ਉਹਨਾਂ ਨੂੰ ਕੁੱਟ ਰਹੀ ਆ, ਲੁੱਟ ਰਹੀ ਆ। ਉਹ ਸਾਰਾ ਰੋਸ ਜਿਹੜਾ ਆ ਨਜਾਇਜ਼ ਪਰਚੇ ਕਰ ਰਹੀ ਹੈ। ਪੂਰਾ ਰੋਸ ਕਿਸਾਨਾਂ ਦੇ ਵਿੱਚ ਸੀ, ਪੂਰੇ ਮਜ਼ਦੂਰਾਂ ਦੇ ਵਿੱਚ ਰੋਸ ਸੀ, ਤੇ ਉੱਥੇ ਵੱਡਾ ਇੱਕ ਇਕੱਠ ਹੋਇਆ। ਔਰ ਉਸ ਵੇਲੇ ਵੀ ਪ੍ਰਸ਼ਾਸਨ ਦੇ ਨਾਲ ਮੀਟਿੰਗ ਹੋਈ, ਪਰ ਉਸ ਵੇਲੇ ਵੀ ਕੋਈ ਮੀਟਿੰਗ ਜਿਹੜੀ ਸਿਰੇ ਨਹੀਂ ਚੜੀ। ਜਦੋਂ ਮੀਟਿੰਗ ਸਿਰੇ ਨਹੀਂ ਚੜੀ ਤੇ ਸਾਡੇ ਬਲਵੀਰ ਸਿੰਘ ਜੀ ਰਾਜੇਵਾਲ, ਗੁਰਨਾਮ ਸਿੰਘ ਜੀ ਚੜੂਨੀ, ਮਨਜੀਤ ਸਿੰਘ ਜੀ ਰਾਏ, ਅਸੀਂ ਸਾਰਿਆਂ ਨੇ ਮਤਲਬ ਜਿੰਨੇ ਵੀ ਸੰਯੁਕਤ ਕਿਸਾਨ ਮੋਰਚੇ ਦੇ ਮੈਂਬਰ ਸੀ ਜਾਂ ਹਰਿਆਣੇ ਦੇ ਜਿੰਨੇ ਵੀ ਕਿਸਾਨ ਜਥੇਬੰਦੀਆਂ ਦੇ ਨੁਮਾਇੰਦੇ ਸੀ, ਸਾਰਿਆਂ ਨੇ ਫਿਰ DC ਦਫ਼ਤਰ ਦਾ ਘਿਰਾਓ ਦੀ ਜਿਹੜੀ ਆ ਕਾਲ ਦਿੱਤੀ ਹੈ। ਉਸ ਵੇਲੇ ਪ੍ਰਸ਼ਾਸਨ ਨੇ ਗੱਲ ਕਹੀ ਸੀ ਕਿ ਅਸੀਂ ਉੱਥੇ ਤੱਕ ਪਹੁੰਚੇ ਨਹੀਂ ਦੇਵਾਂਗੇ,
ਪਰ ਅਸੀਂ ਜਾਂ ਸਾਡੇ ਕਿਸਾਨ ਵੀਰ ਜਿਹੜੇ ਕਿਸਾਨ ਆਗੂ ਆ ਉਹਨਾਂ ਨੇ ਕਿਹਾ ਕਿ ਅਸੀਂ ਪਹੁੰਚਾਂਗੇ, ਬੇਸ਼ੱਕ ਸਾਡੀਆਂ ਗ੍ਰਿਫਤਾਰੀਆਂ ਤੁਸੀਂ ਕਰ ਲਓ ਪਰ ਅਸੀਂ ਪਿੱਛੇ ਮੁੜਨੇ ਵਾਲੇ ਨਹੀਂ। ਇੱਕ ਵਾਰ ਤੇ ਉਹਨਾਂ ਨੇ ਗੱਡੀਆਂ ਦੇ ਵਿੱਚ ਚੜਾ ਵੀ ਲਿਆ ਸੀ ਤੇ ਸਾਡੇ ਕਿਸਾਨ ਯੋਧਿਆਂ ਨੇ ਉਹਨਾਂ ਦੀਆਂ ਗੱਡੀਆਂ ਦੀ ਹਵਾ ਕੱਢ ਦਿੱਤੀ ਔਰ ਹਵਾ ਕੱਢ ਕੇ ਫਿਰ ਅਸੀਂ ਬਾਹਰ ਨਿਕਲੇ ਆਏ। ਫਿਰ ਜੋ ਵੀ ਉਹਨਾਂ ਦੀ ਬੈਰੀਕੇਡਿੰਗ ਸੀ ਉਹਨੂੰ ਪਾਰ ਕਰਦੇ ਹੋਏ ਫਿਰ ਅੱਜ ਜਿਹੜਾ ਤੀਸਰਾ ਦਿਨ ਹੋ ਗਿਆ ਆ, ਉਹਦੇ ਜਿਹੜਾ ਉਹਨਾਂ ਦਾ ਡੀਸੀ ਆਫਿਸ ਘੇਰਿਆ ਹੋਇਆ, ਬਿਲਕੁਲ ਸ਼ਾਂਤਮਈ ਸਾਡਾ ਪ੍ਰੋਟੈਸਟ ਚੱਲ ਰਿਹਾ ਆ। ਔਰ ਪਹਿਲੇ ਦਿਨ ਮੀਟਿੰਗਾਂ ਦੇਖੋ 2 ਘੰਟੇ ਚੱਲੀਆਂ, ਵਾਰ-ਵਾਰ ਮੀਟਿੰਗਾਂ ਹੋਈਆਂ ਪਰ ਕਿਸੇ ਸਿੱਟੇ ਤੇ ਉਹ ਆਉਣ ਵਾਸਤੇ ਤਿਆਰ ਨਹੀਂ ਸੀ। ਈਵਨ ਕਿ ਉਹ ਤਾਂ ਇਹ ਵੀ ਗੱਲ ਕਹਿ ਰਹੇ ਸੀ ਅਸੀਂ ਇਹਨੂੰ ਸਸਪੈਂਡ ਵੀ ਨਹੀਂ ਕਰ ਸਕਦੇ, ਕਿਉਂਕਿ ਉਹ ਡੀਸੀ ਸਾਹਿਬ ਬਾਰ-ਬਾਰ ਪਿੱਛੇ ਜਾ ਕੇ ਫੋਨ ਤੇ ਗੱਲ ਕਰ ਰਿਹਾ ਸੀ। ਲੱਗਦਾ ਇਸ ਤਰ੍ਹਾਂ ਕਿ ਸੀਐਮ ਦੇ ਨਾਲ ਜਿਹੜੀ ਆ ਖੱਟੜ ਦੇ ਨਾਲ ਸਲਾਹ ਕਰਦੇ ਹੋਣ ਤੇ ਉਹਨਾਂ ਦੀ ਰਾਏ ਦੇ ਨਾਲ ਜਿਹੜੇ ਉਹ ਚੱਲਦੇ ਹੋਣ। ਪਰ ਉਹਨਾਂ ਨੇ ਜਿਹੜਾ ਪਹਿਲੇ ਦਿਨ ਮੀਟਿੰਗਾਂ ਦਾ ਜਿਹੜਾ ਸਾਡਾ ਦੌਰ ਆ ਬਿਲਕੁਲ ਅਸਫਲ ਰਿਹਾ। ਸਾਨੂੰ ਆਸ ਸੀ ਕਿ ਚਲੋ ਬੀਤੇ ਕੱਲ ਕਿ ਕੋਈ ਨਾ ਕੋਈ ਸਾਡਾ ਮਸਲਾ ਹੱਲ ਹੋ ਜੂ, ਕਿਉਂਕਿ ਮਸਲਾ ਐਡਾ ਵੱਡਾ ਨਹੀਂ ਸੀ। ਵੀਡੀਓ ਸਾਹਮਣੇ ਆ ਚੁੱਕੀ ਸੀ, ਸਾਰੀ ਦੁਨੀਆ ਨੇ ਵੇਖ ਲਈ ਸੀ, ਤਾਨਾਸ਼ਾਹ ਰਵੱਈਆ ਇਹਨਾਂ ਨੇ ਅਪਣਾਇਆ ਹੋਇਆ ਸੀ। ਕੋਈ ਐਡੀ ਗੱਲ ਨਹੀਂ ਸੀਗੀ। ਜੇਕਰ ਸਰਕਾਰ ਚਾਹਵੇ ਤੇ ਕਿਸਾਨਾਂ ਤੇ ਪਰਚੇ ਤਾਂ ਦਰਜ ਕਰ ਸਕਦੀ ਹੈ, ਪਰ ਜਿਹੜੇ ਇਹਨਾਂ ਦੇ ਅਧਿਕਾਰੀ ਆ, ਜਿਹੜੇ ਇਹਨਾਂ ਦੀਆਂ ਪਿੱਠਾਂ ਪੂਰ ਰਹੇ ਆ, ਉਹਨਾਂ ਤੇ ਜਿਹੜੇ ਆ ਪਰਚੇ ਦਰਜ ਕਰਨ ਨੂੰ ਜਿਹੜੇ ਆ ਉਹ ਲੱਤਾਂ ਪਿੱਛੇ ਕਰ ਰਹੀ ਹੈ। ਅੱਜ ਜੇਕਰ ਕੋਈ ਅੰਦੋਲਨ ਦੀ ਗੱਲ ਕਰਦਾ ਹੈ ਤੇ ਉਹਨੂੰ ਦੇਸ਼ ਧਰੋਹੀ ਕਹਿੰਦੇ ਆ, ਤੇ ਜਦੋਂ ਕੋਈ ਸਰਕਾਰ ਦੀ ਗੱਲ ਕਰਦਾ ਹੈ ਤੇ ਉਹਨੂੰ ਦੇਸ਼ ਭਗਤ ਕਹਿੰਦੇ ਆ। ਇਹ ਇਹਨਾਂ ਦਾ ਰਵੱਈਆ ਆ। ਇਹ ਕਹਿੰਦੇ ਆ ਸਾਡੀ ਗੱਲ ਕਰੋ, ਪਰ ਕਿਸਾਨ ਨੂੰ ਕਹਿੰਦੇ ਆ ਇਹਦਾ ਗਲ ਘੁੱਟ ਕੇ ਇਹਨੂੰ ਖਤਮ ਕਰ ਦਈਏ, ਮਜ਼ਦੂਰ ਨੂੰ ਖਤਮ ਕਰ ਲਈਏ, ਕਾਰਪੋਰੇਟਾਂ ਦੀਆਂ ਝੋਲੀਆਂ ਜਿਹੜੀਆਂ ਅਸੀਂ ਭਰ ਦਈਏ। ਇੱਥੇ ਤੱਕ ਇਹਨਾਂ ਦੀ ਸੋਚ ਗਿਰੀ ਹੋਈ ਹੈ। ਇੱਕ ਕਿਸਾਨ ਹੀ ਜਿਹੜਾ ਘਰਾਣਾ ਜਿਹੜਾ ਸਾਡਾ ਭਾਈਚਾਰਾ ਬਚਿਆ ਹੋਇਆ ਸੀ, ਅੱਜ ਜ਼ਮੀਨਾਂ ਹਥਿਆਉਣ ਸਾਡੀਆਂ ਜ਼ਮੀਨਾਂ ਹਥਿਆ ਕੇ ਇਹਨਾਂ ਕਾਰਪੋਰੇਟਾਂ ਦੀ ਝੋਲੀ ਪਾਉਣ ਵਾਸਤੇ ਜਿਹੜੇ ਬਿੱਲ ਲਾਗੂ ਕੀਤੇ ਆ, ਇਹ ਵੀ ਧੱਕੇਸ਼ਾਹੀ ਨਾਲ ਇਹਨਾਂ ਨੇ ਕੀਤੇ ਆ। ਸਾਨੂੰ ਇਹਨਾਂ ਬਿੱਲਾਂ ਦੀ ਲੋੜ ਨਹੀਂ ਸੀ। ਅੱਜ ਪੰਜਾਬ ਦੇ ਪੂਰੇ ਦੇਸ਼ ਦੇ ਬੁੱਧੀਜੀਵੀ ਇਹ ਗੱਲ ਕਹਿ ਰਹੇ ਆ ਕਿ ਜਿਹੜਾ ਆ ਇਹ ਬਿੱਲ ਗਲਤ ਹੈ, ਪਰ ਬੀਜੇਪੀ ਸਰਕਾਰ ਅੱਜ ਵੀ ਇਹ ਗੱਲ ਕਹਿ ਰਹੀ ਹੈ ਕਿ ਬਿੱਲ ਸਹੀ ਹੈ। ਇਹ ਕਿਤੇ ਨਾ ਕਿਤੇ ਕਾਰਪੋਰੇਟ ਘਰਾਣਿਆਂ ਦੀ ਵਿਕੀ ਹੋਈ ਸਰਕਾਰ ਆ, ਉਹਨਾਂ ਦੇ ਹੱਥੀ ਚੜੀ ਹੋਈ ਸਰਕਾਰ ਆ। ਇਹ ਪੰਜਾਬ ਨੂੰ ਖਤਮ ਕਰ ਦੇਣਗੇ, ਪੂਰੇ ਦੇਸ਼ ਨੂੰ ਖਤਮ ਕਰ ਦੇਣਗੇ, ਇਹ ਸਾਡੇ ਪੂਰੇ ਭਾਰਤ ਨੂੰ ਖਤਮ ਕਰ ਦੇਣਗੇ ਜੇ ਇਹ ਇਹਨਾਂ ਨੇ ਲੀਹ ਫੜੀ ਰੱਖੀ। ਔਰ ਪਿਛਲੇ ਕੱਲ ਜੋ ਮੀਟਿੰਗਾਂ ਹੋਈਆਂ, ਬਾਰ-ਬਾਰ 3 ਘੰਟੇ ਲਗਾਤਾਰ ਮੀਟਿੰਗਾਂ ਹੋਈਆਂ, ਪਰ ਉਹ ਵੀ ਅਸਫਲ ਰਹੀਆਂ। ਉਹਦੇ ਵਿੱਚ ਵੀ ਉਹਨਾਂ ਨੇ ਕੋਈ ਗੱਲ ਨਹੀਂ ਮੰਨੀ, ਠੀਕ ਹੈ ਜੀ, ਔਰ ਸਸਪੈਂਡ ਕਰਨ ਤੱਕ ਵੀ ਗੱਲ ਨਹੀਂ ਮੰਨੀ। ਉਹ ਮੈਨੂੰ ਤਾਂ ਲੱਗਦਾ ਆ ਉਹਨਾਂ ਦੀ ਮਨਸ਼ਾ ਇਹ ਆ, ਜਿਸ ਤਰ੍ਹਾਂ ਸਾਡੇ ਬਾਕੀ ਮੋਰਚਿਆਂ ਦੇ ਉੱਪਰ ਕਿਸਾਨ ਡਟੇ ਹੋਏ ਆ ਤੇ ਇੱਕ ਜਿਹੜਾ ਪੈਰਲਲ ਮੋਰਚਾ ਆ ਉਹ ਇਹਦੇ ਬਰਾਬਰ ਜਿਸ ਤਰ੍ਹਾਂ ਕਰਨਾਲ ਦੇ ਵਿੱਚ ਖੁੱਲਿਆ ਆ, ਲੋਕਾਂ ਨੂੰ ਅਸੀਂ ਡਿਵਾਈਡ ਕਰ ਲਈਏ। ਪਰ ਇਹਨਾਂ ਦੇ ਮਨ ਦਾ ਭੁਲੇਖਾ ਆ, ਇਸ ਤਰ੍ਹਾਂ ਹੋਣਾ ਨਹੀਂ। ਜੇਕਰ ਮੋਰਚਾ ਲੰਬਿਆ ਚੱਲਿਆ ਤੇ ਇਹਨਾਂ ਦਾ ਘਰਾਓ ਵੀ ਜਾਰੀ ਰਹੂਗਾ ਤੇ ਪੂਰਾ ਉੱਥੇ ਜਿਹੜਾ ਸਾਡੇ ਸਿੰਘੂ ਤੇ ਟਿੱਕਰੀ, ਗਾਜ਼ੀਆਬਾਦ, ਡਾਂਸਾ ਬਾਰਡਰ ਤੇ ਹੋਰ ਸਾਡੇ ਬਾਰਡਰ ਆ, ਉਹ ਵੀ ਅਸੀਂ ਹੁਣ ਫੁੱਲ ਕਰਾਂਗੇ। ਕਿਸਾਨਾਂ ਅੰਦਰ ਪੂਰਾ ਜੋਸ਼ ਆ, ਕੋਈ ਏਡੀ ਗੱਲ ਨਹੀਂ ਹੈਗੀ। ਸਰਕਾਰ ਆਪਣੇ ਮਨ ਦੇ ਵਿੱਚੋਂ ਭੁਲੇਖਾ ਕੱਢ ਦੇਵੇ ਕਿ ਜੇਕਰ ਅਸੀਂ ਪਰਚੇ ਦਰਜ ਕਰ ਸਕਦੇ ਆ, ਸਾਡੇ 'ਚ ਇੰਨੀ ਹਿੰਮਤ ਹੈ ਕਿ ਅਸੀਂ ਪਰਚੇ ਜਿਹੜੇ ਆ ਰੱਦ ਵੀ ਕਰਵਾ ਸਕਦੇ ਆ ਤੇ ਦੋਸ਼ੀਆਂ ਤੇ ਪਰਚੇ ਅਸੀਂ ਦਰਜ ਵੀ ਕਰਵਾ ਸਕਦੇ ਆ। ਇਹਨਾਂ ਨੂੰ ਹਾਲੇ ਤੱਕ 9 ਮਹੀਨਿਆਂ ਦੀ ਇਹਨਾਂ ਨੂੰ ਕਿਸਾਨਾਂ ਦੀ ਤਾਕਤ ਨਹੀਂ ਪਤਾ ਲੱਗਾ। ਇਹ ਬਿਲਕੁਲ ਜਿਹੜੇ ਆ ਮੋਦੀ ਭਗਤ ਆ ਤੇ ਸਾਡਾ ਬੀਜੇਪੀ ਸਰਕਾਰ ਆ, ਉਹ ਬਿਲਕੁਲ ਹਾਲੇ ਚੁੱਪ ਸ਼ਾਂਤ ਬੈਠੀ ਹੋਈ ਆ। ਇੱਕ ਪਾਸੇ ਤਾਂ ਵੱਡੇ ਵੱਡੇ ਦਾਅਵੇ ਕਰਦੇ ਆ ਕਿ ਅਸੀਂ ਪੰਜਾਬ ਦੇ ਵਿੱਚ ਇਲੈਕਸ਼ਨ ਲੜਾਂਗੇ, 117 ਸੀਟਾਂ ਤੇ ਅਸੀਂ ਪੂਰੇ ਕਾਬਜ ਹੋਵਾਂਗੇ। ਮੈਨੂੰ ਲੱਗਦਾ ਨਹੀਂ ਕਿ ਜਿਸ ਤਰ੍ਹਾਂ ਇਹਨਾਂ ਦਾ ਰਵੱਈਆ ਆ ਕਿ ਇਹ ਪੰਜਾਬ ਦੇ ਵਿੱਚ ਕੀ ਪੂਰੇ ਦੇਸ਼ ਵਿੱਚ ਵੀ ਲੋਕ ਇਹਨਾਂ ਨੂੰ ਵੜਨ ਦੇਣਗੇ। ਇਹ ਬਿਲਕੁਲ ਸਤਿਆਨਾਸ਼ ਕਰ ਰਿਹਾ ਕਿਸਾਨੀ ਦਾ, ਪੂਰੇ ਦੇਸ਼ ਦਾ ਜਿਹੜਾ ਘਾਣ ਕਰ ਰਿਹਾ ਹੈ। ਇਸ ਤਰ੍ਹਾਂ ਸਾਡੇ ਕਿਸਾਨ ਵੀਰ ਅੱਜ ਵੀ ਡਟੇ ਹੋਏ ਆ ਔਰ ਉੱਥੇ ਬੈਠੇ ਹੋਏ ਆ। ਲਗਾਤਾਰ ਜਿਹੜਾ ਸ਼ਾਂਤਮਈ ਸਾਡਾ ਸੰਘਰਸ਼ ਆ ਉਹ ਜਾਰੀ ਰਹੂਗਾ ਜਿੰਨਾ ਚਿਰ ਸਾਡੀਆਂ ਇਹ ਮੰਗਾਂ ਸਰਕਾਰ ਨਹੀਂ ਮੰਨਦੀ। ਔਰ ਦੂਸਰੀ ਗੱਲ ਨਾਲ ਹੀ ਕੱਲ ਸਾਡੀ 32 ਕਿਸਾਨ ਜਥੇਬੰਦੀਆਂ ਦੀ ਮੀਟਿੰਗ ਹੋਈ ਹੈ ਸਿੰਘੂ ਮੋਰਚੇ ਦੇ ਉੱਪਰ ਜੀ, ਕਿਉਂਕਿ ਅਸੀਂ ਬੀਜੇਪੀ ਦਾ ਤਾਂ ਮੁਕੰਮਲ ਤੌਰ ਤੇ ਬਾਈਕਾਟ ਕੀਤਾ ਹੋਇਆ ਸੀ ਕਿ ਉਹਨਾਂ ਨੂੰ ਪਿੰਡਾਂ 'ਚ ਨਾ ਵੜਨ ਦਿਓ, ਸ਼ਹਿਰਾਂ 'ਚ ਨਾ ਵੜਨ ਦਿਓ, ਕੋਈ ਰੈਲੀ ਨਾ ਕਰਨ ਦਿਓ, ਕਾਲੀਆਂ ਝੰਡੀਆਂ ਦਿਖਾ ਕੇ ਉਹਨਾਂ ਦਾ ਵਿਰੋਧ ਕਰੋ ਤੇ ਉਹਨਾਂ ਨੂੰ ਪਿੰਡਾਂ ਸ਼ਹਿਰਾਂ 'ਚੋਂ ਭਜਾ ਦਿਓ। ਔਰ ਨਾਲ ਦੀ ਨਾਲ ਜਿਹੜੀਆਂ ਸਾਡੀਆਂ ਦੂਜੀਆਂ ਰਾਜਨੀਤਿਕ ਪਾਰਟੀਆਂ ਜਿਸ ਤਰ੍ਹਾਂ ਚੋਣ ਮੈਦਾਨ ਦੇ ਵਿੱਚ ਉਤਰਦੀਆਂ, ਅਕਾਲੀ ਦਲ, ਕਾਂਗਰਸ ਜਾਂ ਆਮ ਆਦਮੀ ਪਾਰਟੀ ਜਾਂ ਸੰਯੁਕਤ ਅਕਾਲੀ ਦਲ,
ਐਤਕੀ ਨਵਾਂ ਬਣਿਆ। ਔਰ ਇਸੇ ਤਰ੍ਹਾਂ ਦੀਆਂ ਜਿੰਨੀਆਂ ਵੀ ਸਾਡੀਆਂ ਚੋਣ ਪਾਰਟੀਆਂ ਆ ਉਹਨਾਂ ਨੂੰ ਅਸੀਂ ਇੱਕ ਸੰਯੁਕਤ ਕਿਸਾਨ ਮੋਰਚੇ ਵੱਲੋਂ ਅਪੀਲ ਕਰ ਦਿੱਤੀ ਸੀ ਕਿ ਭਾਈ ਜਿੰਨਾ ਚਿਰ ਤੇ ਚੋਣ ਕਮਿਸ਼ਨ ਡੇਟ ਐਲਾਨ ਨਹੀਂ ਕਰਦਾ ਤੁਸੀਂ ਮੀਟਿੰਗਾਂ ਬੰਦ ਕਰ ਦਿਓ। ਪਰ ਇਸ ਤੋਂ ਪਹਿਲਾਂ ਅਸੀਂ ਆਪਣੇ ਕਿਸਾਨ ਵੀਰਾਂ ਨੂੰ ਇਹ ਗੱਲ ਕਹੀ ਸੀ ਕਿ ਜਦੋਂ ਇਹ ਰੈਲੀਆਂ ਕਰਨ ਆਉਂਦੇ ਆ ਇਹਨਾਂ ਨੂੰ ਤੁਸੀਂ ਸਵਾਲ ਕਰੋ ਜੋ ਇਹਨਾਂ ਨੇ ਪਿੱਛੇ ਕੰਮ ਕੀਤੇ ਆ, ਕਿਉਂਕਿ ਇਹਨਾਂ ਦੇ ਵੀ ਬਹੁਤ ਪ੍ਰਸ਼ਨ ਚਿੰਨ੍ਹ ਲੱਗੇ ਹੋਏ ਆ। ਇਹਨਾਂ ਨੇ ਵੀ ਇਹਨਾਂ ਬਿੱਲਾਂ ਦਾ ਸਮਰਥਨ ਕੀਤਾ ਸੀ, ਇਹਨਾਂ ਪਾਰਟੀਆਂ ਨੇ। ਇਹ ਵੀ ਲੋਕ ਕਹਿ ਰਹੇ ਸੀ ਕਿ ਇਹ ਬਿੱਲ ਚੰਗੇ ਆ, ਇਹਨਾਂ ਨੂੰ ਸਵਾਲ ਕਰੋ, ਇਹਨਾਂ ਤੋਂ ਜਵਾਬ ਲਓ। ਪਰ ਪਿਛਲੇ ਦਿਨੀ ਮੋਗੇ ਦੇ ਵਿੱਚ ਸੁਖਬੀਰ ਸਿੰਘ ਬਾਦਲ ਦੀ ਰੈਲੀ ਸੀ, ਉਸ ਵੇਲੇ ਦੇਖੋ ਕਿੱਡਾ ਤਕੜਾ ਹੰਗਾਮਾ ਉੱਥੇ ਹੋ ਗਿਆ, ਉੱਥੇ ਵੀ ਲਾਠੀ ਚਾਰਜ ਹੋਇਆ। ਪਰ ਉਸ ਵੇਲੇ ਜੋ ਪਤਾ ਲੱਗਿਆ ਹੈ ਕਿ ਇਹਨਾਂ ਦੇ ਹੀ ਕੁਝ SOI ਦੇ ਜਿਹੜੇ ਆ ਉਹ ਨੁਮਾਇੰਦੇ ਉੱਥੇ ਆਏ ਸੀ ਤੇ ਉਹਨਾਂ ਨੇ ਜਿਹੜੀ ਸਟਾਰਟਿੰਗ ਕੀਤੀ ਸੀਗੀ, ਕਿਤੇ ਨਾ ਕਿਤੇ ਮੈਨੂੰ ਲੱਗਦਾ ਆ ਕਿ ਪੰਜਾਬ ਦਾ ਮਾਹੌਲ ਖਰਾਬ ਕਰਨ ਦੀਆਂ ਗੱਲਾਂ ਕਰ ਰਹੇ ਆ। ਅਸੀਂ ਪੰਜਾਬ ਦੇ ਪ੍ਰਤੀ ਬਹੁਤ ਚਿੰਤਤ ਆ, ਅਸੀਂ ਮਾਹੌਲ ਖਰਾਬ ਨਹੀਂ ਕਰਨਾ ਚਾਹੁੰਦੇ। ਔਰ ਇਸ ਤੋਂ ਪਹਿਲਾਂ ਸਮਰਾਲੇ ਦੇ ਵਿੱਚ ਵੀ ਇੱਕ ਘਟਨਾ ਇਹਦੇ ਵਿੱਚ ਹੋਈ ਸੀ ਤੇ ਕਿਸਾਨ ਵੀਰਾਂ ਤੇ ਸਾਡੇ ਪਰਚੇ ਜਿਹੜੇ ਆ ਉਹ ਇਹਨਾਂ ਨੇ ਦਰਜ ਕੀਤੇ ਸੀ। ਮੋਗੇ ਦੇ ਵਿੱਚ ਵੀ ਇਹਨਾਂ ਨੇ ਪਰਚੇ ਜਿਹੜੇ ਆ ਉਹ ਦਰਜ ਕੀਤੇ ਆ ਇਹ ਸਾਡੇ ਕਿਸਾਨ ਵੀਰਾਂ ਦੇ ਉੱਪਰ। ਇਸ ਤਰ੍ਹਾਂ ਜਿੱਥੇ ਵੀ ਕੋਈ ਮਾੜੀ ਮੋਟੀ ਇਸ ਤਰ੍ਹਾਂ ਦੀ ਗੱਲ ਹੁੰਦੀ ਹੈ ਤੇ ਪਰਚੇ ਦਰਜ ਕਰ ਦਿੰਦੀ ਹੈ ਪੰਜਾਬ ਸਰਕਾਰ। ਔਰ ਮੋਗੇ ਦੀ ਘਟਨਾ ਦੇ ਵਿੱਚ ਕੀ ਹੋਇਆ, ਅਸੀਂ ਉਹਨਾਂ ਨੂੰ 8 ਸਤੰਬਰ ਦਾ ਟਾਈਮ ਦਿੱਤਾ ਹੋਇਆ ਸੀ ਪ੍ਰਸ਼ਾਸਨ ਨੂੰ ਕਿ ਭਾਈ ਤੁਸੀਂ ਇਹ ਜਿਹੜੇ ਪਰਚੇ ਆ ਇਹ ਰੱਦ ਕਰ ਦਿਓ। ਔਰ ਬੀਤੇ ਕੱਲ ਸਾਡੇ ਉੱਥੇ ਜਿਹੜੀਆਂ ਲੋਕਲ ਯੂਨੀਅਨ ਆ ਉਹਨਾਂ ਦੇ ਨੁਮਾਇੰਦਿਆਂ ਨਾਲ ਮੀਟਿੰਗ ਹੋਈ। DIG ਉਹਦੇ ਵਿੱਚ ਬੈਠੇ ਸੀ, DC ਸਾਹਿਬ ਬੈਠੇ ਸੀ, SSP ਸਾਹਿਬ ਬੈਠੇ ਸੀ। ਔਰ ਉਹਨਾਂ ਨੇ 10 ਦਿਨ ਦਾ ਟਾਈਮ ਮੰਗਿਆ ਕਿ 10 ਦਿਨ ਦਾ ਸਾਨੂੰ ਟਾਈਮ ਦੇ ਦਿਓ, ਅਸੀਂ ਇੱਥੇ ਵਿਚਾਰ ਕਰਕੇ ਅਸੀਂ ਜਿਹੜੇ ਆ ਪਰਚੇ ਰੱਦ ਕਰ ਦਿੰਨੇ ਆ। ਜੇਕਰ ਉਹਨਾਂ ਨੇ 10 ਦਿਨ ਬਾਅਦ ਵੀ ਪਰਚੇ ਨਾ ਰੱਦ ਕੀਤੇ ਤੇ ਅਸੀਂ ਸੰਯੁਕਤ ਕਿਸਾਨ ਮੋਰਚੇ ਵੱਲੋਂ ਵੱਡੀ ਕਾਲ ਦੇ ਕੇ ਕੋਈ ਵੱਡਾ ਜਿਹੜਾ ਪ੍ਰੋਗਰਾਮ ਉੱਥੇ ਵੀ ਐਲਾਨ ਦੇਵਾਂਗੇ। ਗੱਲ ਕਰਦੇ ਆ ਸਿਆਸੀ ਪਾਰਟੀਆਂ ਦੀ। ਸਿਆਸੀ ਪਾਰਟੀਆਂ ਨੂੰ ਤੇ ਵੈਸੇ ਇਹ ਤਾਂ ਆਪਣੇ ਆਪ ਨੂੰ ਕਿਸਾਨ ਹਿਤੈਸ਼ੀ ਕਹਿ ਰਹੀਆਂ ਨੇ ਕਿ ਅਸੀਂ ਕਿਸਾਨਾਂ ਦੇ ਬਹੁਤ ਹਿਤੈਸ਼ੀ ਆ, ਉਹਨਾਂ ਦੀ ਮਦਦ ਕਰ ਜੋ ਦਲ ਦੇ ਪ੍ਰਧਾਨ ਨੇ ਉਹਨਾਂ ਨੇ ਤਾਂ 100 ਰੈਲੀ ਕਰਨ ਦਾ ਇੱਕ ਐਲਾਨ ਵੀ ਕਰ ਦਿੱਤਾ। ਔਰ ਜੇ ਅੱਜ ਪੂਰੇ ਦੇਸ਼ ਦੇ ਕਿਸਾਨਾਂ ਦੇ ਵਿੱਚ, ਪੂਰੇ ਭਾਰਤ ਦੇ ਕਿਸਾਨਾਂ ਦੇ ਵਿੱਚ ਨਿਰਾਸ਼ਤਾ ਆ ਔਰ ਉਹਨਾਂ ਦੇ ਮਨਾਂ ਦੇ ਅੰਦਰ ਗੁੱਸਾ ਆ। ਲੋਕ ਆਪ ਮੁਹਾਰੇ ਇਹਨਾਂ ਤੋਂ ਸਵਾਲ ਪੁੱਛ ਰਹੇ ਆ, ਇਹਨਾਂ ਤੋਂ ਜਵਾਬ ਮੰਗ ਰਹੇ ਆ। ਪਰ ਫਿਰ ਤਾਂ ਟਕਰਾਅ ਹੋਊਗਾ ਕਿਉਂਕਿ ਸਾਰੀਆਂ ਹੀ ਰਾਜਨੀਤਿਕ ਪਾਰਟੀਆਂ ਜਿੰਨੀਆਂ ਆ ਉਹਨਾਂ ਨੇ ਪਿਛਲੇ ਸਮੇਂ ਦੇ ਵਿੱਚ ਜੋ ਕਾਰਗੁਜ਼ਾਰੀ ਕੀਤੀ ਹੈ ਉਹ ਕਿਸੇ ਤੋਂ ਲੁਕੀ ਨਹੀਂ। ਇਹਨਾਂ ਨੇ ਪੂਰੇ ਦੇਸ਼ ਦੇ ਲੋਕਾਂ ਨੂੰ ਕੁੱਟਿਆ ਤੇ ਲੁੱਟਿਆ ਤੇ ਪਰਚੇ ਦਰਜ ਕੀਤੇ ਤੇ ਕੋਈ ਰੁਜ਼ਗਾਰ ਨਹੀਂ ਦਿੱਤਾ, ਸੌਹਾਂ ਵੀ ਖਾਧੀਆਂ, ਘਰ ਘਰ ਨੌਕਰੀ ਨਹੀਂ ਦਿੱਤੀ। ਮੋਦੀ ਸਾਹਿਬ ਤਾਂ ਇਹ ਗੱਲ ਕਹਿ ਰਿਹਾ ਸੀ ਕਿ ਵਿਦੇਸ਼ਾਂ ਤੋਂ ਕਾਲਾ ਧਨ ਲਿਆ ਕੇ ਮੈਂ ਸਾਡੇ ਪੂਰੇ ਦੇਸ਼ ਦੇ ਲੋਕਾਂ ਦੇ ਖਾਤਿਆਂ ਦੇ ਵਿੱਚ ਪਾਉਂਗਾ ਤੇ ਉਹ ਹਾਲੇ ਕਾਲਾ ਧਨ ਇਹਨਾਂ ਨੇ ਤਾਂ ਲਿਆਂਦਾ ਨਹੀਂ। ਮੈਨੂੰ ਲੱਗਦਾ ਸਾਡੇ ਕਿਸਾਨਾਂ ਦੇ ਮਜ਼ਦੂਰਾਂ ਦੇ ਖਾਤਿਆਂ ਦੇ ਵਿੱਚ ਧੱਕੀ ਪਾਉਣਾ ਇਹਨਾਂ ਨੇ ਉਹ ਵੀ ਧਨ ਜਿਹੜਾ ਅੰਡਾਨੀਆਂ ਅਮਾਨੀਆਂ ਨੂੰ ਦੇ ਦਿੱਤਾ, ਉਹਦਾ ਵੀ ਅੱਜ ਤੱਕ ਜ਼ਿਕਰ ਕੋਈ ਸਾਹਮਣੇ ਨਹੀਂ ਆਇਆ। ਜਿੰਨੇ ਵੀ ਇਹ ਰਾਜਨੀਤਿਕ ਪਾਰਟੀਆਂ ਵਾਅਦੇ ਕਰਦੀਆਂ ਸੀ, ਚੋਣ ਮੈਨੀਫੈਸਟੋ ਦੇ ਵਿੱਚ ਇਹਨਾਂ ਦੇ ਬਹੁਤ ਵੱਡੇ ਵੱਡੇ ਵਾਅਦੇ ਹੁੰਦੇ ਸੀ ਔਰ ਜਦੋਂ ਇਹ ਰਾਜ ਸੱਤਾ ਦੇ ਵਿੱਚ ਆ ਜਾਂਦੇ ਸੀ ਇਹਨਾਂ ਨੂੰ ਇਹ ਕੁਰਸੀ ਮਿਲ ਜਾਂਦੀ ਸੀ, ਉਸ ਤੋਂ ਬਾਅਦ ਇਹ ਲੋਕਾਂ ਨੂੰ ਪਛਾਣਨਾ ਭੁੱਲ ਜਾਂਦੇ ਆ ਔਰ ਇਹ ਵੀ ਤਾਨਾਸ਼ਾਹੀ ਇੱਕ ਜਿਹੜਾ ਰਾਜ ਕਰਦੇ ਆ। ਅੱਜ ਚੋਣਾਂ ਲਾਗੇ ਆ ਰਹੀਆਂ ਤੇ ਤਦ ਕਰਕੇ ਇਹਨਾਂ ਨੂੰ ਕਿਸਾਨਾਂ ਦੇ ਨਾਲ ਹਮਦਰਦੀ ਹੈ, ਕਿਸਾਨਾਂ ਦੇ ਪ੍ਰਤੀ ਇਹ ਮੋਹ ਜਿਨ੍ਹਾਂ ਨੂੰ ਜਾਗ ਪਿਆ ਆ। ਅੱਜ ਪੂਰੇ ਦੇਸ਼ ਦੇ ਲੋਕਾਂ ਨੂੰ ਪਤਾ ਆ ਕਿ ਇਹਨਾਂ ਲੋਕਾਂ ਨੂੰ ਕਿੰਨਾ ਕੁ ਕਿਸਾਨਾਂ ਦੇ ਪ੍ਰਤੀ ਜਿਹੜਾ ਆ ਮੋਹ ਆ। ਤਦ ਕਰਕੇ ਜਿਹੜੇ ਲੋਕ ਇਹਨਾਂ ਨੂੰ ਸਵਾਲ ਪੁੱਛ ਰਹੇ। ਅਸੀਂ ਸੰਯੁਕਤ ਕਿਸਾਨ ਮੋਰਚੇ ਵੱਲੋਂ ਅਸੀਂ ਪੂਰਾ ਅਮਨ ਅਮਾਨ ਤੇ ਸ਼ਾਂਤੀ ਚਾਹੁੰਦੇ ਆ। ਅਸੀਂ ਪੰਜਾਬ ਦਾ ਮਾਹੌਲ ਨਹੀਂ ਖਰਾਬ ਕਰਨਾ ਚਾਹੁੰਦੇ ਔਰ ਅਸੀਂ ਫਿਰ ਇਹਨਾਂ ਨੂੰ ਅਪੀਲ ਕੀਤੀ ਕਿ ਜਿੰਨਾ ਚਿਰ ਚੋਣ ਕਮਿਸ਼ਨ ਇਹਦਾ ਚੋਣਾਂ ਦਾ ਕੋਈ ਤਰੀਕ ਦਾ ਐਲਾਨ ਨਹੀਂ ਕਰ ਦਿੰਦਾ ਉਹਨਾਂ ਚਿਰ ਤੁਸੀਂ ਜਿਹੜੀਆਂ ਰੈਲੀਆਂ ਬੰਦ ਕਰ ਦਿਓ, ਕਿਉਂਕਿ ਜਦੋਂ ਐਲਾਨ ਕਰੂਗਾ ਉਸ ਵੇਲੇ ਤੁਸੀਂ ਰੈਲੀਆਂ ਸਟਾਰਟ ਕਰ ਲਿਓ। ਪਰ ਨਾਲ ਦੀ ਨਾਲ ਅਕਾਲੀ ਦਲ ਵੱਲੋਂ ਇੱਕ ਸਾਨੂੰ ਪੱਤਰ ਲਿਖਿਆ ਗਿਆ, ਆ ਬੀਤੇ 2-4 ਦਿਨਾਂ ਦੀ ਗੱਲ ਹੈ, ਸਾਡੇ ਪਾਸ ਆਇਆ 32 ਕਿਸਾਨ ਜਥੇਬੰਦੀਆਂ ਦੇ ਪਾਸ ਆਇਆ ਕਿ ਅਸੀਂ
ਤੁਹਾਡੇ ਸਵਾਲਾਂ ਦੇ ਜਵਾਬ ਦੇਣ ਵਾਸਤੇ ਬੈਠ ਸਕਦੇ ਹਾਂ। ਸਾਡੇ ਤੋਂ ਸਵਾਲਾਂ ਦੇ ਜਿਹੜੇ ਆ ਜਵਾਬ ਲੈ ਲਓ ਤੇ ਸਾਡੇ ਨਾਲ ਇੱਕ ਮੀਟਿੰਗ ਕਰ ਲਓ। ਔਰ ਅਸੀਂ ਕੱਲ 32 ਕਿਸਾਨ ਜਥੇਬੰਦੀਆਂ ਦੀ ਸਾਡੀ ਮੀਟਿੰਗ ਹੋਈ ਹੈ, ਉਹਦੇ ਵਿੱਚ ਅਸੀਂ ਵਿਚਾਰਿਆ ਕਿ ਇੱਕ ਖਾਸ ਰਾਜਨੀਤਿਕ ਪਾਰਟੀ ਦੇ ਨਾਲ ਮੀਟਿੰਗ ਕਰਨਾ ਸਾਡਾ ਫਰਜ਼ ਨਹੀਂ ਬਣਦਾ, ਕਿਉਂਕਿ ਰਾਜਨੀਤਿਕ ਪਾਰਟੀਆਂ ਹੋਰ ਵੀ ਸਾਡੇ ਪੰਜਾਬ ਦੇ ਵਿੱਚ ਹੈਗੀਆਂ ਆ, ਜਿੰਨੀਆਂ ਵੀ ਚੋਣ ਲੜਦੀਆਂ। ਅਸੀਂ ਕੱਲ ਖੁੱਲ੍ਹੇਆਮ ਸਾਰਿਆਂ ਨੂੰ ਸੱਦਾ ਦੇ ਦਿੱਤਾ ਕਿ ਤੁਸੀਂ ਚੰਡੀਗੜ੍ਹ ਦੇ ਵਿੱਚ ਆਓ, ਔਰ 10 ਤਰੀਕ ਨੂੰ 10 ਸਤੰਬਰ ਨੂੰ 11 ਵਜੇ ਦਾ ਅਸੀਂ ਟਾਈਮ ਰੱਖਿਆ ਕਿ ਤੁਸੀਂ ਆਪਣੇ ਪਾਰਟੀ ਪ੍ਰਧਾਨ ਜਾਂ ਆਪਣਾ ਕੋਈ ਮੇਨ ਜਿਹੜਾ ਤੁਹਾਡਾ ਪਾਰਟੀ ਦਾ ਅਹੁਦੇਦਾਰ ਹੈਗਾ ਆ, ਕਿਉਂਕਿ ਪਾਰਟੀ ਪ੍ਰਧਾਨ ਤਾਂ ਜ਼ਰੂਰੀ ਆ, ਨਾਲ ਮੇਨ ਇਹਨਾਂ ਦੇ ਬੰਦੇ ਆਉਣੇ ਚਾਹੀਦੇ ਆ, ਤੇ ਉਹ ਬੈਠ ਕੇ ਸਾਡੇ ਨਾਲ 32 ਕਿਸਾਨ ਜਥੇਬੰਦੀਆਂ ਦੇ ਨਾਲ ਬੈਠ ਕੇ ਗੱਲਬਾਤ ਕਰ ਲੈਣ। ਔਰ ਇਹਨਾਂ ਨੂੰ ਜਿਹੜਾ ਆਉਣ ਵਾਲਾ ਕੱਲ ਆ 10 ਸਤੰਬਰ ਦਾ ਸਮਾਂ ਦੇ ਦਿੱਤਾ ਆ, ਔਰ ਉੱਥੇ ਬੈਠ ਕੇ ਅਸੀਂ ਉਹਨਾਂ ਦੇ ਨਾਲ ਗੱਲਬਾਤ ਕਰਾਂਗੇ, ਔਰ ਫਿਰ ਦੇਖਾਂਗੇ ਕਿ ਪੰਜਾਬ ਦੇ ਹਿੱਤ ਦੇ ਵਿੱਚ ਕੀ ਸਾਡਾ ਫੈਸਲਾ ਸਾਹਮਣੇ ਆਉਣਾ ਆ, ਲੋਕਾਂ ਨੂੰ ਅਸੀਂ ਕਿਸ ਤਰ੍ਹਾਂ ਜਿਤਾਉਣਾ ਆ, ਕਿਸਾਨਾਂ ਨੂੰ ਅਸੀਂ ਕਿਸ ਤਰ੍ਹਾਂ ਇੱਥੇ ਪੰਜਾਬ ਦੇ ਵਿੱਚ ਜਿੰਦੇ ਰੱਖਣਾ ਆ, ਕਿਉਂਕਿ ਸਾਰੀਆਂ ਪਾਰਟੀਆਂ ਨੇ ਅੱਜ ਜਿਹੜਾ ਆ ਫਾਂਸੀ ਦਾ ਫੰਦਾ ਕਿਸਾਨਾਂ ਦੇ ਗਲੇ ਦੇ ਵਿੱਚ ਪਾ ਕੇ ਪਿਛਲੇ 9 ਮਹੀਨਿਆਂ ਨੂੰ ਤੋਂ ਜਿਹੜਾ ਬਾਰਡਰਾਂ ਤੇ ਬਿਠਾ ਕੇ ਰੱਖਿਆ ਹੋਇਆ ਆ। ਕਿਤੇ ਨਾ ਕਿਤੇ ਸਿਸਟਮ ਦੇ ਵਿੱਚ ਘਾਟ ਆ, ਕਿਤੇ ਨਾ ਕਿਤੇ ਇਹਨਾਂ ਦੀਆਂ ਸਾਨੂੰ ਕਮੀਆਂ ਕਮਜ਼ੋਰੀਆਂ ਨਜ਼ਰ ਆ ਰਹੀਆਂ ਆ, ਕਿਉਂਕਿ ਇਹ ਰੀਸਾਂ ਤਾਂ ਫੌਰਨ ਦੀਆਂ ਕਰਦੇ ਨੇ ਕਿ ਅਸੀਂ ਬਾਹਰਲੇ ਮੁਲਕ ਦਾ ਜਿਹੜਾ ਆ ਉਸ ਤਰ੍ਹਾਂ ਦਾ ਸਿਸਟਮ ਕਰ ਲਈਏ, ਪਰ ਜਿੰਨਾ ਚਿਰ ਕਰਪਸ਼ਨ ਖਤਮ ਨਹੀਂ ਹੁੰਦੀ, ਜਿੰਨਾ ਚਿਰ ਇਹ ਆਪ ਇਮਾਨਦਾਰ ਨਹੀਂ ਹੁੰਦੇ, ਉਹਨਾਂ ਚਿਰ ਜਿਹੜਾ ਸਾਡੇ ਪੰਜਾਬ ਦਾ ਜਾਂ ਹੋਰ ਸੂਬਿਆਂ ਦਾ ਸੁਧਾਰ ਨਹੀਂ ਹੋ ਸਕਦਾ। ਜਿੱਥੇ ਕਿ ਸਾਡੇ ਬਜ਼ੁਰਗਾਂ ਨੂੰ ਪੈਨਸ਼ਨ ਦੇਣ ਦੀ ਗੱਲ ਹੁੰਦੀ ਹੈ, ਉੱਥੇ ਤਾਂ ਹੱਥ ਪਿੱਛੇ ਨੂੰ ਖਿੱਚ ਲੈਂਦੇ ਆ, ਤੇ ਜਦੋਂ ਇਹਨਾਂ ਦੀਆਂ ਪੈਨਸ਼ਨਾਂ ਦੀ ਗੱਲ ਹੁੰਦੀ ਹੈ, ਇਹਨਾਂ ਦੀਆਂ ਤਨਖਾਹਾਂ ਦੀ ਗੱਲ ਹੁੰਦੀ ਹੈ, ਜਿੰਨੇ ਵੀ ਐਮਐਲਏ ਵਿਧਾਇਕ ਜਾਂ ਹੋਰ ਸਾਡੇ ਐਮਪੀ ਬਣਦੇ ਆ, ਔਰ ਉਹਨਾਂ ਨੂੰ ਉਹ ਜਿੰਨੀ ਵਾਰੀ ਵੀ ਐਮਪੀ ਬਣਦੇ ਆ ਜਾਂ ਐਮਐਲਏ ਬਣਦੇ ਆ, ਉਹਨਾਂ ਨੂੰ ਤਨਖਾਹ ਤਾਂ ਮਿਲਦੀ ਹੈ ਤੇ ਨਾਲ ਦੇ ਨਾਲ ਪੈਨਸ਼ਨ ਵੀ 19 ਹੀ ਵਾਰੀ ਮਿਲਦੀ ਹੈ। ਤਰਾਸਦੀ ਇਹ ਆ ਕਿ ਜੋ ਸਾਡਾ ਅੱਜ ਦੇਸ਼ ਤੇ ਲੜ ਰਿਹਾ ਜਵਾਨ ਆ, ਖੇਤਾਂ 'ਚ ਮਰ ਰਿਹਾ ਕਿਸਾਨ ਆ, ਜੋ ਸਾਡਾ ਅੱਜ ਨੌਕਰੀ ਪੇਸ਼ੇ ਵਾਲੇ ਜੋ ਸਾਡੇ ਮੁਲਾਜ਼ਮ ਵੀਰ ਆ, ਉਹਨਾਂ ਦੀਆਂ ਦੇਖੋ ਇਹਨਾਂ ਨੇ ਪੈਨਸ਼ਨਾਂ ਬੰਦ ਕਰ ਦਿੱਤੀਆਂ, ਔਰ ਆਪਣੀਆਂ ਪੈਨਸ਼ਨਾਂ ਇਹ ਇੱਕ ਜਿਹੜਾ ਵਿਧਾਇਕ ਆ ਉਹ 8-8 ਪੈਨਸ਼ਨਾਂ ਲੈ ਰਿਹਾ ਆ, 4-4 5-5 ਲੱਖ ਰੁਪਈਆ ਇਹਨਾਂ ਨੂੰ ਮਹੀਨੇ ਦਾ ਜਿਹੜਾ ਆ ਰਿਹਾ ਆ, ਉਹ ਵੀ ਪੰਜਾਬ ਦੇ ਲੋਕਾਂ ਦੇ ਇੱਕ ਬਹੁਤ ਵੱਡਾ ਭਾਰ ਆ। ਜੇ ਕਿਤੇ ਦੇਖਿਆ ਜਾਵੇ ਤਾਂ ਕਰੋੜਾਂ ਦਾ ਜਿਹੜਾ ਆ ਧਨ ਆ, ਜਿਹੜਾ ਟੈਕਸ ਲੋਕਾਂ ਦਾ ਕੱਟ ਹੁੰਦਾ ਆ, ਉਹ ਇਹਨਾਂ ਵਿਧਾਇਕਾਂ ਦੇ ਐਮਪੀਆਂ ਦੇ ਤੇ ਸਾਡੇ ਐਮਐਲਏਆਂ ਦੇ ਤੇ ਸਾਡੇ ਦੇਸ਼ ਦਾ ਜਿਹੜਾ ਮੁੱਖ ਮੰਤਰੀ ਹੈ ਉਹਨਾਂ ਦੇ ਜਿਹੜਾ ਜੇਬਾਂ ਦੇ ਵਿੱਚ ਪੈਂਦਾ ਆ। ਇੱਕ ਬਹੁਤ ਵੱਡੀ ਇੱਕ ਮੈਂ ਕਹਿੰਦਾ ਇੱਕ ਇਹ ਲੁੱਟਿਆ। ਇਹਨਾਂ ਦੀਆਂ ਪੈਨਸ਼ਨਾਂ ਵੀ ਬੰਦ ਕਰਨੀਆਂ ਚਾਹੀਦੀਆਂ। ਇੱਕ ਪਾਸੇ ਤਾਂ ਕਹਿੰਦੇ ਆ ਕਿ ਅਸੀਂ ਰਾਜ ਨਹੀਂ ਕਰਨਾ, ਅਸੀਂ ਸੇਵਾ ਕਰਨੀ ਆ, ਤੇ ਜੇ ਸੇਵਾ ਕਰਨੀ ਆ ਤੇ ਤੁਸੀਂ ਲਿਖ ਕੇ ਦੇ ਦਿਓ ਕਿ ਸਾਨੂੰ ਕੋਈ ਤਨਖਾਹ ਨਹੀਂ ਚਾਹੀਦੀ, ਸਾਨੂੰ ਕੋਈ ਨਹੀਂ ਪੈਨਸ਼ਨ ਚਾਹੀਦੀ। ਔਰ ਇਹਨਾਂ ਨੇ ਪੰਜਾਬ ਸਰਕਾਰ ਨੇ ਇਸ ਵਾਰ ਜਦੋਂ ਪੰਚਾਇਤੀ ਚੋਣਾਂ ਹੋਈਆਂ ਉਸ ਵੇਲੇ ਇਹ ਐਲਾਨ ਕਰ ਦਿੱਤਾ ਕਿ ਜਿਹੜੀਆਂ ਵੀ ਪੰਚਾਇਤਾਂ ਸਰਬਸੰਮਤੀ ਨਾਲ ਚੁਣੀਆਂ ਜਾਣਗੀਆਂ ਉਹਨਾਂ ਨੂੰ 5-5 ਲੱਖ ਰੁਪਈਆ ਦਿੱਤਾ ਜਾਏਗਾ। ਔਰ ਇੱਕ ਵੀ ਧੇਲਾ ਇਹਨਾਂ ਨੇ ਸਾਡੇ ਪੰਚਾਇਤਾਂ ਦੇ ਵਿੱਚ ਇੱਕ ਵੀ ਧੇਲਾ ਨਹੀਂ ਹਾਲੇ ਤੱਕ ਇਹਨਾਂ ਨੇ ਪਾਇਆ। ਔਰ ਨਾਲ ਦੀ ਨਾਲ ਜਿਹੜੀ ਆ ਸਰਪੰਚਾਂ ਨੂੰ ਮਾਣ ਭੱਤਾ ਮਿਲਦਾ ਹੁੰਦਾ 1500 ਰੁਪਏ, ਪਿਛਲੇ ਕਈ ਸਾਲਾਂ ਤੋਂ ਉਹਨਾਂ ਨੂੰ ਹਾਲੇ ਮਾਣ ਭੱਤਾ ਹੀ ਨਹੀਂ ਮਿਲਿਆ। ਇਹ ਆਪਣੀਆਂ ਜੇਬਾਂ ਭਰਨ ਤੇ ਲੱਗੇ ਹੋਏ ਆ। ਇਹ ਬਿਲਕੁਲ ਇਹਨਾਂ ਨੇ ਪੰਜਾਬ ਦਾ ਨਾਸ਼ ਕਰਨਾ, ਪੂਰੇ ਦੇਸ਼ ਦਾ ਨਾਸ਼ ਕਰਨਾ ਆ। ਅੱਜ ਸਮਾਂ ਆ ਸਾਡੇ ਲੋਕਾਂ ਨੂੰ ਇਕੱਠੇ ਹੋਣ ਦਾ ਔਰ ਇਹਨਾਂ ਨੂੰ ਸਵਾਲ ਕਰਨ ਦਾ, ਇਹਨਾਂ ਨੂੰ ਜਵਾਬ ਪੁੱਛਣ ਦਾ। ਪੂਰੇ ਹੋਸ਼ੋ ਹਵਾਸ ਦੇ ਨਾਲ ਮੈਂ ਤਾਂ ਪੂਰੇ ਆਪਣੇ ਭਾਰਤ ਵਾਸੀਆਂ ਨੂੰ ਬੇਨਤੀ ਕਰਦਾ, ਜਿੱਥੇ ਜਿੱਥੇ ਵੀ ਚੋਣਾਂ ਆਉਂਦੀਆਂ ਵੀਰੋ ਗੁੱਸਾ ਨਾ ਕਰਿਓ, ਤੁਸੀਂ ਇੱਕ ਬੋਤਲ ਪਿੱਛੇ ਨਾ ਵਿਕ ਜਾਇਓ, ਕਿਤੇ ਥੋੜੇ ਇਹਨਾਂ ਦੇ ਲਾਲਚ ਵਿੱਚ ਨਾ ਫਸ ਜਾਇਓ। ਇਹ ਲੋਕ ਤੁਹਾਨੂੰ ਉਹ ਲਾਲਚ ਦੇ ਕੇ ਜੋ ਤੁਹਾਡੇ ਹੱਥੀਂ ਚੁਣ ਹੋ ਕੇ ਵਿਧਾਨ ਸਭਾ ਲੋਕ ਸਭਾ ਦੇ ਵਿੱਚ ਜਾਂਦੇ ਆ ਤੇ ਤੁਹਾਡਾ ਹੀ ਇਹ ਗਲਾ ਘੁੱਟਦੇ ਆ। ਜਦੋਂ ਵੀ ਆਪਣਾ ਰਾਜ ਚੁਣਨਾ ਆ, ਆਪਣੇ ਮੰਤਰੀ ਚੁਣਨੇ ਆ, ਆਪਣੇ ਐਮਐਲਏ ਚੁਣਨੇ ਆ, ਉਹ ਬੜੇ ਸੋਚ ਸਮਝ ਕੇ ਚੁਣਿਓ, ਕਿਉਂਕਿ ਪਿਛਲੇ 75 ਸਾਲਾਂ ਤੋਂ ਹੀ ਅਸੀਂ ਸਾਰੇ ਗਲਤੀ ਕਰਦੇ ਆ ਰਹੇ ਆ ਤੇ ਗਲਤੀਆਂ ਦਾ ਨਤੀਜਾ ਅੱਜ ਭੁਗਤਦੇ ਪਿਛਲੇ 9 ਮਹੀਨਿਆਂ ਤੋਂ ਬਾਰਡਰ ਤੇ ਬੈਠੇ ਹੋਏ ਆ। ਅੱਜ ਪੂਰਾ ਦੇਸ਼ ਕਹਿ ਰਿਹਾ ਕਿ ਕਾਨੂੰਨ ਗਲਤ ਆ, ਇਹ ਬਿਲਕੁਲ ਰੱਦ ਹੋਣੇ ਚਾਹੀਦੇ ਆ, ਪਰ ਸਾਡੇ ਦੇਸ਼ ਦਾ ਪ੍ਰਧਾਨ ਮੰਤਰੀ ਇਹ ਕਹਿ ਰਿਹਾ ਆ, ਉਹਦੇ ਜਿੰਨੇ ਵੀ ਐਮਪੀ ਐਮਐਲਏ ਕਹਿ ਰਹੇ ਆ ਕਿ ਕਾਨੂੰਨ ਸਹੀ ਆ। ਪਰ 11 ਦੌਰ ਦੀ ਚਰਚਾ ਦੇ ਦੌਰਾਨ ਨਰਿੰਦਰ ਤੋਮਰ ਨੇ ਇਹ ਗੱਲ ਮੰਨੀ ਸੀ ਕਿ ਇਹਨਾਂ ਦੇ ਵਿੱਚ ਸੋਧਾ ਕਰਾ ਲਓ
बेशक 95% सौदा करा लो, एक खाली डब्बा जिहड़ा सानू छड्ड दिओ, पर किते ना किते देखो ये अपनी जुबान तो किस तरह मुकरदे ने, ये पूरे देश नूं बेवकूफ बनाउणा चाहुंदे ने, अनपढ़ साबित करना चाहुंदे ने। मैं तां इह गल कहना आ कि जिन्ने भी साडे MP MLA आ, साडे पंजाब दे पूरे सूबिਆਂ ਦੇ लोकां नूं पढ़े लिखे जिहड़े आ नौजवान आ, उन्हां नूं मौका देना चाहिदा तां जो वो देश दा विकास कर सकण, साडे जिन्ने भी रोजगार दे मौके आ वो पैदा कर सकण, पूरा वधिया तौर तरीके दे नाल ढंग दे नाल जिहड़ा साडा देश चला सकण। सरदार जंगवीर सिंह चौहान जी, सरकारां नूं ये पता होना चाहिदा है कि लोग जिहड़े हुंदे ने, नागरिक जिहड़े हुंदे ने, वो सरकारां दे गुलाम नहीं हुंदे ते सरकारां नागरिक दीयां मालक नहीं हुंदियां। सारियां दे बराबर अपने हक ने, अधिकार ने। ते जिहड़ी नौजवानां ने करनाल च पुलिस दीयां ਬੱਸਾਂ ਨੂੰ ਰੋਕਿਆ, ਉਹਨਾਂ ਦੀ ਹਵਾ ਕੱਢ ਦਿੱਤੀ, ਇਹ ਤਾਂ 26 ਨਵੰਬਰ ਨੂੰ ਹੀ ਸਰਕਾਰ ਨੂੰ ਕੰਨ ਹੋ ਜਾਣੇ ਚਾਹੀਦੇ ਸਨ ਕਿ ਸਾਡੀ ਹਵਾ ਕੱਢ ਦਿੱਤੀ ਜਾਣੀ ਹੈ। ਤੇ ਸੰਯੁਕਤ ਕਿਸਾਨ ਮੋਰਚਾ ਵਧਾਈ ਦਾ ਪਾਤਰ ਹੈ ਜਿਹਨੇ ਮੁਜ਼ੱਫਰਨਗਰ ਤੇ ਐਡਾ ਵੱਡਾ ਇਕੱਠ ਕੀਤਾ, ਵਿਸ਼ਾਲ ਇਕੱਠ। ਸ਼ਾਇਦ ਉਹ ਇਤਿਹਾਸ ਵਿੱਚ ਮਿਸਾਲ ਨਾ ਮਿਲੇ, ਸ਼ਾਇਦ ਹੀ ਕੋਈ ਮਿਸਾਲ ਹੋਏਗੀ ਜਿੰਨਾ ਵੱਡਾ ਇਕੱਠ ਹੋਇਆ। ਔਰ ਉਸ ਤੋਂ ਬਾਅਦ ਜਿਹੜਾ ਕਰਨਾਲ ਦੇ ਵਿੱਚ ਇੰਨਾ ਵੱਡਾ ਇਕੱਠ ਹੋ ਗਿਆ ਹੈਗਾ, ਇਹਦੀ ਵੀ ਸ਼ਾਇਦ ਕਿਸਾਨਾਂ ਨੂੰ ਵੀ ਆਸ ਨਾ ਹੋਵੇ ਐਡਾ ਵੱਡਾ ਇਕੱਠ ਹੋ ਜਾਏਗਾ। ਅੱਜ ਲੋਕ ਬਿਲਕੁਲ ਨਿੱਤਰ ਕੇ ਸਾਹਮਣੇ ਆ ਚੁੱਕੇ ਨੇ। ਕਿਤੇ ਇਹਨਾਂ ਦੀ ਕਿਸਮਤ ਚੰਗੀ ਹੁੰਦੀ ਤੇ ਹਿੰਦੂ ਤੇ ਮੁਸਲਮਾਨ ਦਾ ਕੋਈ ਫਸਾਦ ਹੋ ਜਾਂਦਾ, ਜਾਂ ਕੋਈ ਹਿੰਦੂ ਤੇ ਸਿੱਖ ਦਾ ਫਸਾਦ ਹੋ ਜਾਂਦਾ, ਫਿਰ ਤੇ ਸਰਕਾਰ ਕਿਤੇ ਨਾ ਕਿਤੇ ਕਾਮਯਾਬ ਹੋ ਸਕਦੀ ਸੀ। ਪਰ ਅੱਜ ਲੋਕ ਇੰਨੇ ਕੁ ਜਾਗਰੂਕ ਹੋ ਗਏ ਕਿ ਨਾ ਤਾਂ ਹਿੰਦੂ ਤੇ ਸਿੱਖ ਦਾ ਫਸਾਦ ਹੋ ਰਿਹਾ, ਨਾ ਹਿੰਦੂ ਤੇ ਮੁਸਲਮਾਨ ਦਾ ਫਸਾਦ ਹੋ ਰਿਹਾ, ਜਿਸ ਕਰਕੇ ਮੋਰਚਾ ਇੰਨਾ ਤਕੜਾ ਹੋ ਰਿਹਾ। ਮੇਰਾ ਸਵਾਲ ਇਹ ਸੀ ਤੁਹਾਨੂੰ, ਤੁਸੀਂ ਕੱਲ 10 ਸਤੰਬਰ 2021 ਨੂੰ ਪੰਜਾਬ ਦੀਆਂ ਸਿਆਸੀ ਪਾਰਟੀਆਂ ਨੂੰ ਬੁਲਾ ਲਿਆ, ਲੇਕਿਨ ਤੁਹਾਡਾ ਤੇ ਇਹਨਾਂ ਦਾ ਆਪਸ ਵਿੱਚ ਵੱਡਾ ਫਰਕ ਹੈ। ਤੁਸੀਂ ਸੰਘਰਸ਼ ਕਰ ਰਹੇ ਹੋ ਨਸਲਾਂ ਲਈ ਤੇ ਫਸਲਾਂ ਲਈ, ਇਹਨਾਂ ਦਾ ਸੰਘਰਸ਼ ਹੈ ਮੰਤਰੀ ਤੇ ਮੁੱਖ ਮੰਤਰੀ ਬਣਨ ਵਾਸਤੇ। ਤੇ ਜਿਹੜਾ ਸੱਤਾਧਾਰੀ ਹੈ, ਸੌੜੀ ਸਿਆਸਤ ਕਰਨ ਵਾਲਾ ਸੱਤਾਧਾਰੀ ਹੈ, ਉਹ ਜਦੋਂ ਮੰਜ਼ਿਲ ਪੌੜੀ ਚੜ੍ਹਦਾ ਹੈ, ਉਹ ਤੇ ਫਿਰ ਲੱਤ ਮਾਰਦਾ ਪਿੱਛੇ ਚੜੇ ਆਉਂਦੇ ਦੇ ਮੂੰਹ ਦੇ ਉੱਤੇ। ਤੇ ਉੱਥੇ ਪਿਓ ਦਾ ਕਤਲ, ਪੁੱਤਰ ਦਾ ਕਤਲ, ਭੈਣ ਦਾ ਕਤਲ ਜਾਇਜ਼ ਹੁੰਦੇ ਨੇ, ਤੇ ਪਰਿਵਾਰ ਨੂੰ ਵੀ ਜੇਲ੍ਹ ਵਿੱਚ ਸੁੱਟ ਦੇਣਾ ਇਹਨਾਂ ਲਈ ਜਾਇਜ਼ ਹੁੰਦਾ ਹੈ। ਤੇ ਤੁਹਾਨੂੰ ਕੀ ਲੱਗਦਾ ਹੈ ਕਿ ਇਹ ਤੁਹਾਡਾ ਕਿੰਨਾ ਕੁ ਪ੍ਰਭਾਵ ਕਬੂਲਣਗੇ? ਵਿੱਚ ਥੋੜਾ ਜਿਹਾ ਪ੍ਰੋਬਲਮ ਆ ਗਈ ਸੀ, ਦੁਬਾਰਾ ਦੱਸਿਓ ਲਾਸਟ ਵਾਲਾ ਜੀ। ਮੈਂ ਬੇਨਤੀ ਕਰ ਰਿਹਾ ਸੀ ਕਿ ਜਿਹੜਾ ਸੱਤਾਧਾਰੀ ਹੈ, ਜਿਹੜਾ ਸਿਆਸਤਦਾਨ ਹੈ, ਸੌੜੀ ਸਿਆਸਤ ਕਰਨ ਵਾਲਾ ਜਿਹੜਾ ਹੈ, ਉਹਦਾ ਧਰਮ ਹੈ ਕਿ ਜਦੋਂ ਉਹਨੇ ਮੰਜ਼ਿਲ ਚੜ੍ਹਨੀ ਹੈ, ਪੌੜੀ ਚੜ੍ਹਨੀ ਹੈ, ਉਹ ਪਿੱਛੇ ਆਉਂਦੇ ਮੂੰਹ ਤੇ ਲੱਤ ਮਾਰਦਾ ਹੈ। ਉਹਨੂੰ ਨਾ ਪਿਓ ਨਾਲ ਮਤਲਬ ਹੁੰਦਾ, ਨਾ ਪੁੱਤਰ ਨਾਲ, ਨਾ ਭੈਣ ਨਾਲ, ਭਰਾ ਨਾਲ। ਉਹਦੀ ਮੰਜ਼ਿਲ ਹੁੰਦੀ ਕੁਰਸੀ। ਤੇ ਜਦ ਕਿ ਤੁਸੀਂ ਜਿਹੜੇ ਸਵਾਲ ਪੁੱਛਣ ਵਾਲੇ ਹੋ, ਤੁਹਾਡਾ ਮਕਸਦ ਹੈਗਾ ਹਲੀਮੀ ਰਾਜ, ਤੁਹਾਡਾ ਮਕਸਦ ਹੈਗਾ ਬੇਗਮਪੁਰਾ ਸ਼ਹਿਰ, ਤੇ ਇਹ ਤੁਹਾਡੀ ਗੱਲ ਨੂੰ ਕਿੰਨਾ ਕੁ ਪ੍ਰਭਾਵ ਕਬੂਲਣਗੇ? मेरा ख्याल ਤੁਹਾਡੇ ਕੋਲ ਆਵਾਜ਼ ਨਹੀਂ ਪਹੁੰਚ ਰਹੀ। ਉਹ ਥੋੜੀ ਨੈਟਵਰਕ ਚ ਪ੍ਰੋਬਲਮ ਆ ਗਈ ਸੀ। ਠੀਕ ਹੈ ਜੀ, ਠੀਕ ਹੈ ਜੀ। ਤੇ ਚਲੋ ਆਪਣਾ ਸਮਾਂ ਵੀ ਬਿਲਕੁਲ ਅੰਤਮ ਸੀਮਾ ਤੇ ਆ। ਇੰਨਾ ਹੀ ਕਿ ਕੱਲ ਦੀ ਮੀਟਿੰਗ ਤੋਂ ਤੁਹਾਨੂੰ ਕਿੰਨੀ ਕੁ ਆਸ ਹੈਗੀ ਹੈ? ਆਵਾਜ਼ ਦੇ ਵਿੱਚ ਥੋੜੀ ਪ੍ਰੋਬਲਮ ਆ ਰਹੀ ਹੈ ਜੀ। ਠੀਕ ਹੈ ਜੀ, ਠੀਕ ਹੈ ਜੀ। ਚਲੋ ਆਪਾਂ ਇਸ ਤਰ੍ਹਾਂ ਕਰਦੇ ਹਾਂ, ਤੁਹਾਡੀ ਸਾਰੀ ਗੱਲ ਸਾਡੇ ਕੋਲ ਆ ਗਈ ਹੈ, ਬਹੁਤ ਸਾਰੀ ਗੱਲ ਤੁਹਾਡੀ ਆ ਗਈ ਹੈ, ਤੇ ਮੇਰੇ ਪ੍ਰਸ਼ਨ ਦਾ ਉੱਤਰ ਆਪਾਂ ਉਹਨੂੰ ਅੱਗੇ ਪੈਂਡਿੰਗ ਕਰ ਰੱਖ ਲੈਂਦੇ ਆ। ਮੈਂ ਤੁਹਾਨੂੰ ਦੱਸਦਾ ਹਾਂ, ਚਲੋ ਕੋਈ ਗੱਲ ਨਹੀਂ। ਜਿਸ ਤਰ੍ਹਾਂ ਤੁਸੀਂ ਪਹਿਲਾ ਸਵਾਲ ਕੀਤਾ ਸੀ ਉਹ ਮੈਨੂੰ ਚੰਗੀ ਤਰ੍ਹਾਂ ਸੁਣ ਗਿਆ। ਇਹ ਜਿਹੜੀ ਸਾਡਾ ਅੰਦੋਲਨ ਚੱਲ ਰਿਹਾ ਹੈ, ਤਾਂ ਸਾਰਿਆਂ ਤੋਂ ਵੱਡੀ ਪ੍ਰਾਪਤੀ ਸਾਡੀ ਇਹ ਹੋਈ ਹੈ ਕਿ ਅਸੀਂ ਜਾਤਾਂ ਪਾਤਾਂ ਧਰਮਾਂ ਨੂੰ ਸਾਰਿਆਂ ਨੂੰ ਇਕੱਠੇ ਕੀਤਾ ਇੱਕ ਮੰਚ ਦੇ ਉੱਪਰ। ਔਰ ਜਿਹੜੇ ਜਾਤਾਂ ਪਾਤਾਂ ਧਰਮਾਂ ਦੇ ਵਿੱਚ ਵੰਡ ਕੇ ਇਹ ਲੋਕਾਂ ਨੇ ਅੱਜ ਤੱਕ ਸਿਆਸਤ ਕੀਤੀ ਹੈ, ਆਪਣੀ ਕੁਰਸੀ ਨੂੰ ਚਮਕਾਇਆ ਔਰ ਰਾਜਗੱਦੀ ਤੇ ਬੈਠ ਕੇ ਲੋਕਾਂ ਦਾ ਗਲਾ ਘੁੱਟਿਆ ਤੇ ਲੁੱਟਿਆ। ਅੱਜ ਉਹ ਲੋਕ ਉੱਥੇ ਸਿੰਘੂ ਦੀ ਮੋਰਚੇ ਦੀ ਸਟੇਜ ਦੇ ਉੱਪਰ ਬੈਠ ਕੇ ਉਹਨਾਂ ਨੇ ਗਲਵੱਕੜੀਆਂ ਪਾਈਆਂ, ਔਰ ਹਿੰਦੂ, ਮੁਸਲਿਮ, ਸਿੱਖ, ਈਸਾਈ, ਸਾਡਾ ਮੁਸਲਮਾਨ ਭਰਾ ਜਿਹੜਾ, ਉਹਨਾਂ ਨੇ ਲੰਗਰ ਵੀ ਲਾਏ ਹੋਏ ਆ ਉੱਥੇ। ਇੱਕ ਬਹੁਤ ਵੱਡੀ ਜਿਹੜੀ ਆ, ਮੈਂ ਕਹਿੰਦਾ ਇਹ ਪ੍ਰਾਪਤੀ ਹੈ ਇਸ ਅੰਦੋਲਨ ਦੀ। ਉਹਦਾ ਹੀ ਅੱਜ ਜਿਹੜਾ ਰਿਜ਼ਲਟ ਸਾਨੂੰ ਮਿਲ ਰਿਹਾ ਆ। ਜੇਕਰ ਮੁਜ਼ੱਫਰਨਗਰ ਦੇ ਵਿੱਚ ਰੈਲੀ ਹੋਈ ਹੈ ਤੇ ਮੁਜ਼ੱਫਰਨਗਰ ਦੀ ਰੈਲੀ ਨੇ ਇਹ ਸਾਬਤ ਕਰ ਦਿੱਤਾ, ਕਿਉਂਕਿ ਉਹ ਬੀਜੇਪੀ ਦਾ ਗੜ੍ਹ ਹੈ। ਜਿਹੜੀ ਪ੍ਰਧਾਨ ਮੰਤਰੀ ਦੀ ਕੁਰਸੀ ਨੂੰ ਰਾਹ ਜਾਂਦਾ ਹੈ, ਉਹ
ਵਾਇਆ ਯੂਪੀ ਤੇ ਉੱਤਰਾਖੰਡ ਹੋ ਕੇ ਜਾਂਦਾ ਹੈ, ਕਿਉਂਕਿ ਪੰਜਾਬ ਦੀਆਂ ਥੋੜੀਆਂ ਸੀਟਾਂ ਹੋਣ ਕਰਕੇ ਇਹਨਾਂ ਨੂੰ ਐਡਾ ਫਰਕ ਨਹੀਂ ਪੈਂਦਾ। ਲੇਕਿਨ ਜਿਹੜਾ ਅਸੀਂ ਮਿਸ਼ਨ ਚਲਾਇਆ ਯੂਪੀ ਤੇ ਉੱਤਰਾਖੰਡ ਦਾ, ਉਹਦੀ ਕੁਰਸੀ ਨੂੰ ਲੱਤੋਂ ਫੜ ਕੇ ਘੜੀਸ ਕੇ ਇਹਨਾਂ ਨੂੰ ਥੱਲੇ ਗਿਰਾਏਗਾ, ਇਹਨਾਂ ਦੀ ਸੱਤਾ ਨੂੰ ਥੱਲੇ ਸਿੱਟੇਗਾ। ਔਰ ਉਹਨਾਂ ਨੂੰ ਸਾਡੇ ਕਿਸਾਨਾਂ ਦੇ ਅੰਦੋਲਨਕਾਰੀਆਂ ਦੀ ਤਾਕਤ ਦਾ ਪਤਾ ਲੱਗ ਗਿਆ। ਅੱਜ ਉਹ ਲੋਕ ਬਗਲਾਹਟ ਦੇ ਵਿੱਚ ਹੈ, ਉਹਦਾ ਹੀ ਕਾਰਨ ਇਹ ਆ ਕਿ ਇੱਕ ਛੋਟੇ ਇਸ਼ੂਆਂ ਨੂੰ ਲਮਕਾ ਕੇ, ਜਿਸ ਤਰ੍ਹਾਂ ਕਰਨਾਲ ਦੇ ਵਿੱਚ ਸਾਨੂੰ ਆਪਸੀ ਵੰਡੀਆਂ ਪਾਉਣੀਆਂ ਚਾਹੁੰਦੇ ਆ, ਇਹ ਬਖਲਾਹਟ ਦੇ ਵਿੱਚ ਆਏ ਹੋਏ ਆ। ਪਰ ਇਹਨਾਂ ਦੀ ਬਖਲਾਹਟ ਨੇ ਇਹਨਾਂ ਦਾ ਜਿਹੜਾ ਸਰਵਨਾਸ਼ ਕਰਨਾ ਆ, ਵਿਨਾਸ਼ ਕਰ ਲਿਆ। ਵਿਪਰੀਤ ਬੁੱਧੀ, ਇਹਨਾਂ ਦੀ ਬੁੱਧੀ ਜਿਹੜੀ ਆ ਵਿਪਰੀਤ ਹੋ ਗਈ ਆ, ਇਹਨਾਂ ਦੇ ਖਿਲਾਫ ਹੋ ਗਈ ਆ। ਇਹਨਾਂ ਦੇ ਵਿਨਾਸ਼ ਦਾ ਸਮਾਂ ਜਿਹੜਾ ਆ ਗਿਆ ਆ। ਇਹ ਐਸੀ ਤਰ੍ਹਾਂ ਆਉਂਦਾ ਹੁੰਦਾ ਆ ਜਦੋਂ ਇਹ ਲੋਕ ਤਾਨਾਸ਼ਾਹ ਰਵੱਈਆ ਕਰਦੇ ਆ। ਉਹ ਸਮਾਂ ਦੂਰ ਨਹੀਂ ਕਿ ਜਦੋਂ ਇਹਨਾਂ ਦਾ ਜਿਹੜਾ ਸੱਤਾਧਾਰੀ ਲੋਕਾਂ ਦਾ, ਜਿਹੜੇ ਡਿਕਟੇਟਰਸ਼ਿਪ ਲੋਕ ਆ, ਉਹਨਾਂ ਦਾ ਜਦੋਂ ਪਲਟਾ ਵੱਜਣਾ ਆ, ਉਹ ਆਮ ਲੋਕ ਜਿਹੜੇ ਅੱਜ ਪਿੰਡਾਂ 'ਚ ਸਵਾਲ ਕਰਦੇ ਆ, ਉਹ ਜਾਗਰੂਕ ਹੋ ਚੁੱਕੇ ਆ। ਆਉਣ ਵਾਲੇ ਸਮੇਂ ਦੇ ਵਿੱਚ ਇਹਨਾਂ ਨੂੰ ਇਹਨਾਂ ਦੇ ਸਵਾਲਾਂ ਦੇ ਜਿਹੜੇ ਆ ਜਵਾਬ ਇਹ ਵੀ ਦੇਣਗੇ ਤੇ ਉਹਨਾਂ ਤੋਂ ਜਵਾਬ ਲੈਣਗੇ ਕਿ ਤਾਂ ਜਦੋਂ ਵੀ ਹੁਣ ਸਾਡੀ ਨਵੀਂ ਸਰਕਾਰ ਚੁਣੀ ਜਾਊਗੀ, ਮੈਨੂੰ ਲੱਗਦਾ ਕਿ ਸਾਡੇ ਦੇਸ਼ ਦੇ ਲੋਕ, ਸਾਡੇ ਭਾਰਤ ਦੇ ਲੋਕ ਬਹੁਤ ਸਿਆਣੇ ਹੋ ਚੁੱਕੇ ਆ। ਆਸ ਕਰਦੇ ਆ ਕਿ ਜਿਸ ਤਰ੍ਹਾਂ ਇਹ ਲੋਕ ਪਿਛਲੇ ਸਮੇਂ 'ਚ ਲੁੱਟਦੇ ਤੇ ਕੁੱਟਦੇ ਆਏ ਆ, ਕੋਈ ਰੁਜ਼ਗਾਰ ਨਹੀਂ ਦਿੱਤਾ, ਤੇ ਬਹੁਤ ਹੀ ਸਮਝਦਾਰੀ ਦੇ ਨਾਲ ਲੋਕ ਇਹਨਾਂ ਨੂੰ ਵੋਟਾਂ ਪਾ ਕੇ ਜਿਹੜਾ ਆ ਇਹਨਾਂ ਨੂੰ ਮਜ਼ਾ ਛਕਾਉਣਗੇ। ਮੈਂ ਤਾਂ ਕਹਿਣਾ ਆ ਕਿ ਹਾਲੇ ਤੱਕ ਸੰਯੁਕਤ ਕਿਸਾਨ ਮੋਰਚੇ ਦੇ ਆਗੂਆਂ ਨੂੰ ਕਈ ਸਾਡੇ ਲੋਕ ਸਵਾਲ ਕਰਦੇ ਆ ਕਿ ਤੁਸੀਂ ਕੋਈ ਸਾਨੂੰ ਦੱਸੋ ਕਿ ਅਸੀਂ ਜਾਈਏ ਕਿੱਧਰ ਨੂੰ। ਅਸੀਂ ਤਾਂ ਉਹਨਾਂ ਨੂੰ ਕਹਿੰਦੇ ਆ ਸਮਾਂ ਹਾਲੇ ਬਹੁਤ ਆ, ਸਮਾਂ ਲਾਗੇ ਆ ਲੈਣ ਦਿਓ, ਸਮਾਂ ਲਾਗੇ ਆ ਲੈਣ ਦਿਓ। ਸਮਾਂ ਲਾਗੇ ਆਏਗਾ ਤੇ ਫਿਰ ਤੁਹਾਨੂੰ ਆਪਣੇ ਆਪ ਪਤਾ ਲੱਗ ਜਾਏਗਾ ਕਿ ਤੁਸੀਂ ਜਾਣਾ ਕਿੱਧਰ ਨੂੰ ਹੈ। ਔਰ ਮੈਂ ਤਾਂ ਆਸ ਕਰਦਾ ਆਪਣੇ ਦੇਸ਼ ਦੇ ਲੋਕਾਂ ਤੋਂ, ਜਿਸ ਤਰ੍ਹਾਂ ਇਹਨਾਂ ਨੇ ਸਾਡੇ ਅੰਦੋਲਨ ਦਾ ਸਾਥ ਦਿੱਤਾ, NRI ਵੀਰਾਂ ਨੇ ਬਹੁਤ ਵੱਡਾ ਸਾਥ ਦਿੱਤਾ ਇਸ ਅੰਦੋਲਨ ਨੂੰ ਕਾਮਯਾਬ ਕਰਨ ਵਾਸਤੇ, ਸਾਰੇ ਦੇਸ਼ ਵਾਸੀਆਂ ਦਾ ਬਹੁਤ ਸਹਿਯੋਗ ਦਿੱਤਾ। ਮੈਂ ਤਾਂ ਸਾਰਿਆਂ ਦਾ ਇੱਥੇ ਧੰਨਵਾਦ ਕਰਦਾ ਹਾਂ ਤੇ ਤੁਹਾਡਾ ਵੀ ਬਹੁਤ ਦਿਲੋਂ ਧੰਨਵਾਦ ਕਰਦਾ ਹਾਂ ਕਿ ਤੁਸੀਂ ਵੀ ਪਹਿਲੇ ਦਿਨ ਤੋਂ ਸਾਡੇ ਇਹਨਾਂ ਮੋਰਚਿਆਂ ਦੇ ਨਾਲ ਜੁਟੇ ਹੋਏ ਆ ਤੇ ਡਟੇ ਹੋਏ ਆ। ਕਿ ਇਹਨਾਂ ਦਾ ਅੱਜ ਜਿਹੜਾ ਗੋਦੀ ਮੀਡੀਆ ਹੈ, ਨੈਸ਼ਨਲ ਟੀਵੀ ਆ, ਉਹ ਅੱਜ ਕਿਧਰੇ ਨਜ਼ਰ ਨਹੀਂ ਆ ਰਿਹਾ। ਜੇਕਰ ਮੀਡੀਆ ਨਜ਼ਰ ਆ ਰਿਹਾ ਹੈ ਤੇ ਸਾਡੇ ਪੰਜਾਬ ਦਾ ਤੇ ਚੰਡੀਗੜ੍ਹ ਦਾ ਆ ਰਿਹਾ ਆ, ਤੇ ਪੂਰੇ ਦੇਸ਼ ਵਿਦੇਸ਼ ਦੇ ਵਿੱਚ ਇਹ ਜਿਹੜੀਆਂ ਖਬਰਾਂ ਪਹੁੰਚਾ ਰਿਹਾ। ਸਾਰੇ ਮੀਡੀਆ ਵਾਲੇ ਵੀਰਾਂ ਦਾ ਵੀ ਬਹੁਤ ਬਹੁਤ ਧੰਨਵਾਦ ਆ। ਖਿਮਾ ਚਾਹੁੰਦਾ ਕਿ ਮੈਨੂੰ ਅਖੀਰਲਾ ਜਿਹੜਾ ਸਵਾਲ ਆ ਉਹ ਮੈਨੂੰ ਸੁਣਿਆ ਨਹੀਂ, ਪਰ ਫਿਰ ਵੀ ਆਸ ਕਰਦੇ ਆ ਕਿ ਜਦੋਂ ਨੈਟਵਰਕ ਦੀ ਸਾਡੀ ਕਿਤੇ ਇਹੋ ਜਿਹੀ ਕਿਤੇ ਪ੍ਰੋਬਲਮ ਆ ਜਾਂਦੀ ਆ ਤੇ ਉਸ ਗੱਲ ਦੀ ਅਸੀਂ ਖਿਮਾ ਚਾਹੁੰਦੇ ਆ ਤੇ ਧੰਨਵਾਦ ਕਰਦੇ ਆ ਸਾਰੇ ਸਰੋਤਿਆਂ ਦਾ, ਜਿਹੜੇ ਸਾਡੇ ਵਿਚਾਰ ਜਿਹੜੇ ਆ ਉਹ ਸੁਣ ਰਹੇ ਆ। ਆਸ ਕਰਦੇ ਆ ਕਿ ਸਾਡੇ ਅੰਦੋਲਨ ਦਾ ਇਸੇ ਤਰ੍ਹਾਂ ਸਾਥ ਦਿੰਦੇ ਰਹੋਗੇ। ਸਰ ਜੰਗਵੀਰ ਸਿੰਘ ਚੌਹਾਨ ਜੀ, ਤੁਸੀਂ ਕਰਨਾਲ ਦੇ ਮੋਰਚੇ ਤੇ, ਸਿੰਘੂ ਬਾਰਡਰ ਦੇ ਮੋਰਚੇ ਤੇ ਮਾਨਸਿਕ ਤੌਰ ਤੇ, ਸਰੀਰਕ ਤੌਰ ਤੇ ਬਹੁਤ ਡੂੰਘੇ ਰੁਝੇਵਿਆਂ ਚੋਂ ਬੜੀ ਮਸ਼ੱਕਤ ਕਰ ਰਹੇ ਹੋ, ਫਿਰ ਵੀ ਤੁਸੀਂ ਇੰਨੇ ਰੁਝੇਵਿਆਂ ਚੋਂ ਆਪਣਾ ਸਮਾਂ ਕੱਢ ਕੇ ਸਾਰੀ ਗੱਲ ਜਿਹੜੀ ਹੈ ਉਹ ਸਰੋਤਿਆਂ ਤੱਕ ਪਹੁੰਚਾਈ ਹੈ। ਕਿਉਂਕਿ ਅਖਬਾਰਾਂ ਵਿੱਚ ਸਾਰੀ ਗੱਲ ਆ ਰਹੀ ਹੈ, ਪਰ ਇਹ ਗੱਲ ਜਿਹੜੀ ਇੱਕ ਇਤਿਹਾਸ ਬਣ ਕੇ ਪੈ ਜਾਣੀ ਹੈ, ਇਸ ਇਤਿਹਾਸ ਨੇ ਅੱਗੇ ਪੀੜ੍ਹੀਆਂ ਤੱਕ ਜਾਣਾ। ਤੁਸੀਂ ਫਿਰ ਵੀ ਸਮਾਂ ਕੱਢ ਕੇ ਇਤਿਹਾਸ ਨੂੰ ਸਾਂਝਾ ਕੀਤਾ, ਇੱਕ ਇਤਿਹਾਸ ਸਿਰਜਿਆ। ਪੁਕਾਰ ਟੀਵੀ ਦੀ ਟੀਮ ਵੱਲੋਂ ਤੁਹਾਡਾ ਧੰਨਵਾਦ।